ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਆਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਾਕਲ ਛੰਦ ਚਲ ਬੇਕੀ ਕੀਨੀ ਤਿਆਰੀ। ਸ਼੍ਰੀ ਨਾਨਕ ਪਰ ਉਪਕਾਰੀ ਜੈ ਰਾਮ ਉਠਿਓ ਤੈ ਕਾਲਾ। ਗੈ ਪਗ ਕੈ ਬਿਨੇ ਬਿਸਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साजी और नवाजी हुई सतगुरु जी दे परम प्यार च परोती हुई गुरु रंग च रंगी हुई गुरु खालसा साध संगत वड्डिया भागां वाले हो के निता प्रति जगत गुरु श्री गुरु ग्रंथ साहिब जी महाराज जी दे पवित्र हजूरी च नौवें पातशाह श्री गुरु तेग बहादुर साहब जी महाराज जी दे पवित्र पावन दरबार अंदर हाजरियां भर के एकत्र हो के जाहर पीर जगत गुर बाबा धन गुरु नानक देव साहब जी महाराज जी की जन्म साखी की चल रही लड़ीवार कथा बहुत ही अदब सत्कार ते शरदा सहित आप जी सरवण कर रहे।
ਗਰੀਬਨਵਾਜ ਸਤਿਗੁਰੂ ਸੁਲਤਾਨਪੁਰ ਸਾਹਿਬ ਵਿਖੇ ਮੋਦੀ ਖਾਨਾ ਚਲਾ ਰਹੇ ਨੇ। ਚੁਗਲਖੋਰ ਨੇ ਭਾਈਏ ਜੈ ਰਾਮ ਕੋਲ ਜਾ ਕੇ ਚੁਗਲੀ ਕੀਤੀ। ਜੈ ਰਾਮ, ਆਪਣੀ ਘਰਵਾਲੀ ਦੇ ਭਰਾ ਨੂੰ ਸਮਝਾਓ ਕਿ ਉਹ ਤੁਰਕਾਂ ਦਾ ਪੈਸਾ ਅਜਾਈਂ ਗਵਾ ਰਹੇ ਨੇ। ਤੁਸੀਂ ਤਾਂ ਜਾਣਦੇ ਹੀ ਹੋ ਤੁਰਕਾਂ ਦਾ ਸੁਭਾਅ ਕਿਹੋ ਜਿਹਾ। ਜਦੋਂ ਘਾਟਾ ਪਿਆ ਤੇ ਫਿਰ ਕਿਵੇਂ ਭਰੋਗੇ? ਸੁਣ ਕੇ ਭਾਈਆ ਜੈ ਰਾਮ ਜੀ ਦੇ ਮਨ ਵਿੱਚ ਸੰਦੇਹ ਹੋਇਆ। ਘਰ ਜਾ ਕੇ ਬੇਬੇ ਨਾਨਕੀ ਨਾਲ ਗੱਲ ਕੀਤੀ। ਅੱਗੋਂ ਬੇਬੇ ਨਾਨਕੀ ਦੇ ਮਨ ਦਾ ਨਿਸ਼ਚਾ ਪਰਪੱਕ ਸੀ। ਆਖਿਆ, ਪਤੀ ਦੇਵ, ਮੇਰਾ ਮਨ ਤਾਂ ਸੰਸਾ ਨਹੀਂ ਕਰਦਾ। ਜੇ ਤੁਹਾਡੇ ਮਨ 'ਚ ਸੰਸਾ ਹੈ ਤੇ ਫਿਰ ਹਿਸਾਬ ਕਿਤਾਬ ਕਰਾਓ ਸਾਰਾ ਮੋਦੀ ਖਾਨੇ ਦਾ ਲੇਖਾ ਜੋਖਾ। ਭਾਈਆ ਜੀ ਨੇ ਇੱਕ ਵਾਰੀ ਇਨਕਾਰ ਕੀਤਾ। ਬੇਬੇ ਜੀ ਨੇ ਆਖਿਆ, ਨਹੀਂ, ਹੁਣ ਤਾਂ ਸ਼ੰਕਾ ਦੂਰ ਕਰਨਾ ਹੀ ਚਾਹੀਦਾ। ਸਤਿਗੁਰੂ ਜੀ ਨੂੰ ਸੱਦਾ ਭੇਜ ਕੇ ਬੁਲਾਇਆ। ਜਾਣੀ ਜਾਣ ਜਾਣਦੇ ਸਨ। ਪਹਿਲਾਂ ਹੀ ਬੋਲੇ, ਜੀਜਾ ਜੀ, ਕਿਸੇ ਚੁਗਲਖੋਰ ਦੀ ਚੁਗਲੀ ਸੁਣ ਕੇ ਮਨ 'ਚ ਸੰਸਾ ਆਇਆ ਤੇ ਨਿਵਾਰ ਲੈਣਾ ਚਾਹੀਏ। ਉਸੇ ਵਕਤ ਸਤਿਗੁਰੂ ਜੀ ਨੇ ਭਾਈਏ ਜੈ ਰਾਮ ਨੂੰ ਨਾਲ ਲਿਆ। ਦੌਲਤ ਖਾਂ ਨਵਾਬ ਦੇ ਮੋਦੀ ਦਰਬਾਰ 'ਚ ਪਹੁੰਚ ਕੇ ਮੁਨਸ਼ੀ ਦੇ ਪਾਸ ਜਾ ਕੇ ਮੁਨੀਮ ਦੇ ਕੋਲ ਜਾ ਕੇ ਸਾਰਾ ਬਹੀ ਖਾਤਾ ਹਾਜ਼ਰ ਕਰਕੇ ਹਿਸਾਬ ਕਿਤਾਬ ਕੀਤਾ ਤਾਂ 135 ਰੁਪਈਏ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਵਾਧਾ ਨਿਕਲਿਆ। ਵਾਪਸ ਆਏ। ਭਾਈਏ ਜੈ ਰਾਮ ਦੇ ਪਾਸ ਸਤਿਗੁਰੂ ਜੀ ਬੈਠੇ। ਗੁਰਦੇਵ ਨੇ ਆਖਿਆ, ਜੀਜਾ ਜੀ, ਹੁਣ ਇਹ ਕਿਰਤ ਅਸੀਂ ਨਹੀਂ ਕਰ ਸਕਦੇ। ਜਿਹਦੇ ਵਿੱਚ ਇਦਾਂ ਦਾ ਸੰਦੇਹ ਉਪਜਾਵੇ, ਸੰਸਾ ਉਪਜਾਵੇ ਤੁਹਾਡੇ ਮਨ ਵਿੱਚ, ਸਾਨੂੰ ਨਹੀਂ ਲੋੜ ਐਸੀ ਕਿਰਤ ਦੀ। ਇਹ ਲੋ ਸਾਂਭੋ, ਤੁਸੀਂ ਅੱਜ ਤੱਕ ਦਾ ਸਾਰਾ ਹਿਸਾਬ ਕਿਤਾਬ ਅਸੀਂ ਕਰਾ ਦਿੱਤਾ ਹੈ। ਨਵਾਬ ਦੌਲਤ ਖਾਨ ਦਾ ਮੋਦੀ ਖਾਨਾ ਉਹਨੂੰ ਵਾਪਸ ਕਰੋ, ਚਾਹੇ ਤੁਸੀਂ ਆਪ ਚਲਾਓ, ਅਸੀਂ ਇੱਥੋਂ ਜਾ ਰਹੇ ਹਾਂ। ਇਹ ਕਹਿ ਕੇ ਸਤਿਗੁਰਾਂ ਨੇ ਭਾਈ ਬਾਲਾ ਜੀ ਨੂੰ ਆਖਿਆ, ਚਲੋ ਭਾਈ ਬਾਲਾ ਜੀ, ਚੱਲੀਏ ਉੱਥੇ ਜਿੱਥੇ ਕਰਤਾਰ ਦੀ ਰਜ਼ਾ। ਭਾਈਆ ਜੈ ਰਾਮ ਜੀ ਉਸ ਵੇਲੇ ਸਤਿਗੁਰਾਂ ਦੇ ਸਨਮੁਖ ਉੱਠ ਕੇ ਖਲੋਤੇ ਬੇਨਤੀ ਕਰ ਰਹੇ ਨੇ। ਸਤਿਗੁਰਾਂ ਨੂੰ ਜਾਣ ਤੋਂ ਰੋਕ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਇਹ ਪ੍ਰੇਮਮਈ ਕਥਾ ਹੈ, ਭਗਤੀ ਭਾਵਨਾ ਨਾਲ ਲਬਰੇਜ਼ ਕਥਾ ਹੈ, ਗਿਆਨ ਤੇ ਵੈਰਾਗ ਸਹਿਤ ਸੰਪੰਨ ਕਥਾ ਹੈ। ਸਰਵਣ ਕਰੀਏ। ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਕਲ ਚੰਦ ਚਲਬੇ ਕੀਨੀ ਤਿਆਰੀ। ਉਸੇ ਵਕਤ ਸਤਿਗੁਰੂ ਜੀ ਨੇ ਭਾਈਏ ਜੈ ਰਾਮ ਨੂੰ ਇਹ ਬਚਨ ਕਹਿ ਕੇ ਅਸੀਂ ਜਾ ਰਹੇ ਹਾਂ। ਸਤਿਗੁਰਾਂ ਨੇ ਚੱਲਣ ਦੀ ਤਿਆਰੀ ਕੀਤੀ। ਸ਼੍ਰੀ ਨਾਨਕ ਪਰੇ ਉਪਕਾਰੀ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੋ ਆਏ ਪਰਉਪਕਾਰ ਕਰਨ ਵਾਸਤੇ ਹਨ, ਜਿਨ੍ਹਾਂ ਦੀ ਬਿਰਤੀ ਹਮੇਸ਼ਾ ਪਰਉਪਕਾਰ ਚਿਤਵਦੀ ਹੈ, ਪਰਉਪਕਾਰ ਹੀ ਕਰਦੇ ਹਨ। ਜੈ ਰਾਮ ਉਠਿਓ ਤੈ ਕਾਲਾ। ਭਾਈਆ ਜੈ ਰਾਮ ਜੀ ਉਸੇ ਵਕਤ ਜਦੋਂ ਵੇਖਿਆ ਨਾ ਕਿ ਸਤਿਗੁਰੂ ਜੀ ਜਾ ਰਹੇ ਨੇ ਤੇ ਸਤਿਗੁਰਾਂ ਦੇ ਜਾਣ ਵਿੱਚ ਕੁਝ ਸਤਿਗੁਰਾਂ ਦੀ ਨਾਰਾਜ਼ਗੀ ਨਜ਼ਰ ਆ ਰਹੀ ਹੈ, ਤੋ ਭਾਈਆ ਜੈ ਰਾਮ ਜੀ ਉਸੇ ਵੇਲੇ ਉੱਠ ਕੇ ਖਲੋਤੇ। ਗਹਿ ਪਗ ਕੈ ਬਿਨੀ ਬਿਸਾਲਾ। ਸਤਿਗੁਰੂ ਜੀ ਦੇ ਚਰਨ ਫੜ ਲਏ ਭਾਈਏ ਜੈ ਰਾਮ ਨੇ। ਚਰਨ ਫੜ ਕੇ ਬੜੇ ਸਨਿਮਰ ਤੇ ਬਨਿਮਰ ਭਾਵ ਨਾਲ ਜੈ ਰਾਮ ਜੀ ਬੇਨਤੀ ਕਰਨ ਲੱਗੇ। ਕਰ ਭਗਨੀ ਰੁਦਨੀ ਅਲਾਵੇ। ਲਾਗੇ ਬੇਬੇ ਨਾਨਕੀ ਜੀ ਦੀ ਵੀ ਧਾਰ ਨਿਕਲ ਗਈ, ਨੇਤਰ ਉਹਨਾਂ ਦੇ ਵੀ ਸਜਲ ਹੋ ਗਏ।
ਰੋਦਨ ਕਰਦਿਆਂ ਬੇਬੇ ਨਾਨਕੀ ਜੀ ਵੀ ਕੋਲੋਂ ਕਹਿੰਦੇ ਹਨ, ਕਿਉ ਭਰਾਤਾ ਕਿਉ ਬਨ ਆਵੇ। ਹੇ ਭਰਾ ਜੀ, ਹੇ ਮੇਰੇ ਵੀਰ ਜੀ, ਏਦਾਂ ਤੁਹਾਨੂੰ ਕਿਉਂ ਬਣ ਆਉਂਦਾ ਹੈ? ਤੁਸੀਂ ਏਦਾਂ ਕਿਵੇਂ ਕਰ ਸਕਦੇ ਹੋ ਸਾਡੇ ਨਾਲ? ਮੁਝ ਮਾਰੋ ਤੋ ਕਿਤ ਜਾਵੋ। ਜਾਣਾ ਜਾਓ, ਪਰ ਪਹਿਲਾਂ ਮੇਰੇ ਤੇ ਕਿਰਪਾ ਕਰੋ, ਮੇਰੇ ਪ੍ਰਾਣ ਮੇਰੇ ਸਰੀਰ ਚੋਂ ਵੱਖਰੇ ਕਰ ਦਿਓ। ਮੈਂ ਤੁਹਾਡੇ ਵਿਛੋੜੇ ਦੀ ਤੜਫ ਵਿੱਚ ਨਹੀਂ ਰਹਿ ਪਾਵਾਂਗੀ। ਏਦਾਂ ਨਾਰਾਜ਼ ਹੋ ਕੇ ਸਾਡੇ ਤੋਂ ਜਾਓਗੇ, ਮੈਂ ਕਿਵੇਂ ਬਰਦਾਸ਼ਤ ਕਰਾਂਗੀ? ਕਰਵਟ ਭਲਾ ਨਾ ਕਰਵਟ ਤੇਰੀ, ਇਹ ਭਾਵਨਾ ਹੁੰਦੀ ਹੈ ਸਿੱਖ ਦੀ ਆਪਣੇ ਗੁਰੂ ਪ੍ਰਤੀ। ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਨ ਬਿਨਤੀ ਮੇਰੀ। ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਕਰਵਟ ਨਹੀਂ ਗੁਰਸਿੱਖ ਚੱਲ ਸਕਦਾ। ਮਹਾਰਾਜ, ਜੇ ਜਾਣਾ ਹੈ ਤਾਂ ਮੇਰੇ ਪ੍ਰਾਣ ਮੇਰੇ ਤਨ ਤੋਂ ਵੱਖਰੇ ਕਰਕੇ ਜਾਓ। ਜੋ ਰਹਿਓ ਮੋਹੇ ਜੀਵਾਓ। ਤੇ ਜੇ ਤੁਸੀਂ ਰਹੋਗੇ ਮੈਂ ਤਾਂ ਜੀਵਾਂਗੀ, ਤੁਹਾਡੇ ਟੁਰ ਗਿਆ ਮੈਂ ਆਪਣੀ ਜੀਵਨ ਲੀਲਾ ਨਹੀਂ ਰੱਖਣੀ। ਤੁਸੀਂ ਰਹੋਗੇ ਤਾਂ ਮੈਂ ਜੀਵਾਂਗੀ। ਤੁਮ ਮਿਰਦੁਲ ਸਰਲ ਸੁਭਾਉ। ਮਹਾਰਾਜ ਜੀ, ਤੁਹਾਡਾ ਮਿਰਦੁਲ ਕੋਮਲ ਤੇ ਸਰਲ ਸੁਭਾਅ ਹੈ। ਕਰ ਔਗਣ ਚਿਤ ਨ ਕਾਉ। ਮੇਰੇ ਕਿਸੇ ਪ੍ਰਕਾਰ ਦੇ ਔਗਣ ਨੂੰ ਜਾਂ ਆਪਣੇ ਜੀਜਾ ਜੀ ਦੇ ਕਿਸੇ ਪ੍ਰਕਾਰ ਦੇ ਔਗਣ ਨੂੰ ਆਪਣੇ ਚਿੱਤ ਵਿੱਚ ਨਾ ਵਿਚਾਰਿਓ। ਹਮ ਭੂਲਨ ਹਾਰ ਸਦਾਈ। ਮਹਾਰਾਜ ਜੀ, ਅਸੀਂ ਸदैवी ਭੁੱਲਣਹਾਰ ਹਾਂ। ਹੇ ਗਰੀਬ ਨਵਾਜ, ਅਸੀਂ ਖਿੰਨ ਖਿੰਨ ਕਰਕੇ ਭੁੱਲਦੇ ਹਾਂ। ਅਸੀਂ ਖਿੰਨ ਖਿੰਨ ਭੁੱਲਣਹਾਰ ਹਾਂ। ਤੁਮ ਬਖਸ਼ੋ ਕਿਉਂ ਨੈ ਪਾਈ। ਹੇ ਭਾਈ, ਤੁਸੀਂ ਕਿਉਂ ਨਹੀਂ ਬਖਸ਼ਦੇ? ਜੇ ਸਾਡੇ ਕੋਲੋਂ ਭੁੱਲ ਹੋਈ ਹੈ ਤੇ ਹੇ ਬਖਸ਼ਣਹਾਰ ਬਖਸ਼ਿੰਦ ਜੀ, ਤੁਸੀਂ ਹੁਣ ਕਿਉਂ ਨਹੀਂ ਸਾਨੂੰ ਬਖਸ਼ਦੇ? ਦੋਹਰਾ ਕਮਲ ਨੈਣ ਮੁਖ ਬੈਨ ਕੈ, ਸੁਨ ਜੀਜਾ ਜੈ ਰਾਮ। ਇਹ ਸੁਣ ਕੇ ਕਮਲ ਨੈਣ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਜੀਜਾ ਜੀ ਸੁਣੋ। ਪੁਨ ਘਾਟੋ ਜੇ ਆਵਈ, ਕਿਉਂ ਕਰ ਹੋ ਏ ਕਾਮ। ਮਹਾਰਾਜ ਜੀ ਕਹਿੰਦੇ, ਭਾਈਆ ਜੀ, ਜੇ ਅੱਗੇ ਕੰਮ ਕਰਾਂਗੇ ਮੋਦੀ ਖਾਨੇ ਦਾ, ਜੇ ਮੁੜ ਕੇ ਕੋਈ ਘਾਟਾ ਪੈ ਗਿਆ ਫਿਰ ਕੀ ਹੋਵੇਗਾ? ਜਿਹਦੇ 'ਚ ਡਰ ਬਣਿਆ ਰਵੇ ਵੀ ਘਾਟਾ ਪੈ ਜਾਣਾ, ਫਿਰ ਇਹੋ ਜਿਹਾ ਕੰਮ ਕਿਉਂ ਕਰੀਏ ਆਪਾਂ? ਵੀ ਤੁਹਾਡੇ ਮਨ 'ਚ ਧੁੜਕੂ ਲੱਗਾ ਰਹੇ, ਤੁਹਾਡੇ ਮਨ 'ਚ ਫਿਕਰ ਪਿਆ ਰਹੇ ਕਿ ਮੋਦੀ ਖਾਨੇ 'ਚ ਘਾਟਾ ਪੈ ਜਾਏਗਾ, ਤੇ ਤੁਹਾਨੂੰ ਫਿਕਰ ਵਿੱਚ ਪਾ ਕੇ ਅਸੀਂ ਇਹ ਕੰਮ ਕਰਨਾ ਹੀ ਕਿਉਂ ਹੈ? ਵੇਖੋ ਕਿੱਡੀ ਦੂਰ ਅੰਦੇਸ਼ੀ ਬਿਰਤੀ ਸਤਿਗੁਰਾਂ ਦੀ, ਵੀ ਜਿਸ ਕੰਮ ਦੇ ਘਾਟੇ ਦੀ ਚਿੰਤਾ ਤੁਹਾਡੇ ਮਨ 'ਚ ਰਹਿਣੀ ਹੈ, ਤੇ ਜਿਹੜਾ ਚਿੰਤਨ ਕਰਨ ਦਾ ਸਮਾਂ ਤੁਸੀਂ ਚਿੰਤਾ 'ਚ ਬਤੀਤ ਕਰੋ, ਇਹ ਕਿੱਥੋਂ ਦੀ ਯੋਗਤਾ ਹੀ ਹੈ? ਤੋ ਪਾਤਸ਼ਾਹ ਕਹਿੰਦੇ, ਜਿਹਦੇ ਵਿੱਚ ਘਾਟੇ ਦੀ ਚਿੰਤਾ ਹੋਵੇ ਫਿਰ ਇਹੋ ਜਿਹਾ ਕੰਮ ਭਲਾ ਕਿਉਂ ਕਰੀਏ ਅਸੀਂ? ਤਿਰ ਭੰਗੀ ਚੰਦ ਜੈ ਰਾਮ ਬਖਾਨੀ, ਸਭ ਨੇ ਬਾਨੀ। ਇਹ ਸੁਣ ਕੇ ਭਾਈਆ ਜੈ ਰਾਮ ਜੀ ਨੇ ਹੱਥ ਜੋੜੇ ਤੇ ਬਿਨੈ ਸਹਿਤ ਬੋਲੇ, ਨੈ ਮੈਂ ਜਾਨੀ ਸ਼ਕਤ ਸਭੇ। ਮਹਾਰਾਜ ਜੀ, ਮੈਂ ਤੁਹਾਡੀ ਸ਼ਕਤੀ ਨਹੀਂ ਜਾਣੀ, ਮੈਂ ਅਣਜਾਣ ਹਾਂ ਗਰੀਬ ਨਵਾਜ। ਤੁਹਾਡੀ ਸ਼ਕਤੀ ਨੂੰ, ਤੁਹਾਡੀ ਕਲਾ ਨੂੰ ਮੈਂ ਨਹੀਂ ਜਾਣਿਆ। ਕਿੰਚਤ ਹੋ ਜਾਨੀ ਬਹੁ ਅਨਜਾਨੀ। ਮਹਾਰਾਜ, ਮੈਂ ਥੋੜੀ ਜੀ ਮਹਿਮਾ ਤੁਹਾਡੀ ਜਾਣੀ ਹੈ, ਬਹੁਤਾ ਤਾਂ ਮੈਂ ਅਣਜਾਣ ਹੀ ਹਾਂ। ਔਰ ਸਭ ਜਾਨੀ ਲਖੋਂ ਅਬੇ। ਮਹਾਰਾਜ, ਹੁਣ ਮੈਂ ਜਾਣਿਆ ਕਿ ਤੁਸੀਂ ਕਿਸ ਸ਼ਕਤੀ ਦੇ, ਕਿਸ ਤਾਕਤ ਦੇ ਮਾਲਕ ਹੋ। ਇਹ ਮੈਂ ਹੁਣ ਜਾਣਿਆ, ਪਹਿਲਾਂ ਥੋੜੀ ਬਹੁਤ ਜਾਣੀ ਸੀ, ਅਣਜਾਣ ਸੀ, ਪਰ ਹੁਣ ਮੈਂ ਆਪ ਜੀ ਦੀ ਮਹਿਮਾ ਨੂੰ ਜਾਣਿਆ ਜਦੋਂ ਤੁਸੀਂ ਜਣਾਇਆ। ਕਿਉਂਕਿ ਜਿਨ੍ਹਾਂ ਨੂੰ ਤੁਸੀਂ ਜਣਾਉਂਦੇ ਉਹੀ ਤੁਹਾਨੂੰ ਜਾਣਦੇ ਆ। ਆਪਣੀ ਤਾਕਤ ਨਾਲ ਕੋਈ ਤੁਹਾਨੂੰ ਨਹੀਂ ਜਾਣ ਸਕਦਾ। ਜਿਸ ਨੂੰ ਤੂੰ ਜਾਣ ਆਹੇ, ਸੋਈ ਜਨ ਜਾਣੈ,
ਮਹਾਰਾਜ ਜਿਨ੍ਹਾਂ ਨੂੰ ਤੁਸੀਂ ਜਣਾਉਂਦੇ ਹੋ ਜਾਣਦੇ ਹਨ। ਤੂੰ ਜਾਣ ਆਹੇ ਤਾਂ ਜਾਣੈ ਕੋਈ। ਮਹਾਰਾਜ ਜਿਨ੍ਹਾਂ ਨੂੰ ਤੁਸੀਂ ਜਣਾਉਂਦੇ ਹੋ ਉਹੀ ਤੁਹਾਡੇ ਬਾਰੇ ਜਾਣਦੇ ਹਨ। ਪਰਮੇਸ਼ਰ ਪੂਰਨ ਕਲਮਲ ਚੂਰਨ। ਮਹਾਰਾਜ ਹੁਣ ਮੈਂ ਜਾਣਿਆ ਤੁਸੀਂ ਪੂਰੀ ਪਰਿਪੂਰਨ ਪਰਮੇਸ਼ਰ ਹੋ। ਕਲਯੁਗ ਦੇ ਕੀਤੇ ਪਾਪਾਂ ਵਾਸਤੇ ਤੁਹਾਡੇ ਚਰਨਾਂ ਦੀ ਧੂੜੀ ਉਹਨਾਂ ਪਾਪਾਂ ਨੂੰ ਸਾੜ ਕੇ ਸਵਾਹ ਕਰ ਦੇਣ ਵਾਲੀ ਹੈ, ਚੂਰਨ ਕਰ ਦੇਣ ਵਾਲੀ ਹੈ। ਗੁਣ ਸੰਪੂਰਨ ਅਵਤਾਰੀ। ਤੁਸੀਂ ਗੁਣਾਂ 'ਚ ਸੰਪੂਰਨ ਹੋ, ਸਰਬ ਗੁਣ ਸੰਪੰਨ ਹੋ। ਮਹਾਰਾਜ ਤੁਸੀਂ ਸਰਬ ਗੁਣ ਸੰਪੰਨ ਪਰਮੇਸ਼ਰ ਦਾ ਅਵਤਾਰ ਹੋ। ਹੁਣ ਮੈਂ ਜਾਣਿਆ ਤੁਸੀਂ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਹੋ। ਮੁਝ ਬਖਸ਼ ਗੁਨਾਹੂ ਸੁਨ ਕਰ ਕਾਹੂ। ਮਹਾਰਾਜ ਮੇਰੇ ਗੁਨਾਹ ਬਖਸ਼ ਦਿਓ। ਮੈਂ ਕਿਸੇ ਮੂਰਖ ਦੀ ਕਈ ਗੱਲ ਵਿੱਚ ਆ ਗਿਆ ਸੀ, ਕਿਸੇ ਚੁਗਲਖੋਰ ਦੀ ਚੁਗਲੀ ਸੁਣ ਕੇ ਮੇਰਾ ਮਨ ਭਰਮ ਗਿਆ ਸੀ। ਔਰ ਪਰਮਾਹੂ ਦੁਖ ਟਾਰੀ। ਮਹਾਰਾਜ ਮੇਰਾ ਹਿਰਦਾ ਭਰਮ ਗਿਆ ਸੀ, ਤੁਸੀਂ ਕਿਰਪਾ ਕਰਕੇ ਮੇਰਾ ਇਹ ਭਰਮ ਦੂਰ ਕੀਤਾ ਹੈ, ਮੇਰਾ ਇਹ ਦੁੱਖ ਟਾਲਿਆ ਹੈ। ਮਹਾਰਾਜ ਹੁਣ ਅੱਗੇ ਤੋਂ ਵੀ ਬਖਸ਼ ਲਵੋ। ਪੁਨ ਸੁਸਾ ਅਲਾਈ ਸੁਨ ਸੁਖਦਾਈ। ਜਦੋਂ ਭਾਈਏ ਜੈ ਰਾਮ ਨੇ ਏਦਾਂ ਬੇਨਤੀ ਕਹੀ, ਲਾਗਿਓ ਫਿਰ ਬੇਬੇ ਨਾਨਕੀ ਜੀ ਬੋਲੇ, ਕਹਿਣ ਲੱਗੇ ਹੇ ਸੁਖਦਾ ਤੇ ਵੀਰ ਜੀ ਸੁਣੋ। ਜੇ ਕੱਟ ਜਾਈ ਦਰਬ ਕਬੇ। ਹਾਂ ਜੇ ਕਿਤੇ ਹੁਣ ਘਟੇਗਾ ਵੀ ਧਨ। ਬੇਬੇ ਜੀ ਕਹਿੰਦੇ ਪਹਿਲੀ ਗੱਲ ਤਾਂ ਘਟਦਾ ਨਹੀਂ ਜਿੱਥੇ ਤੁਸੀਂ ਹੋ, ਪਰ ਚਲੋ ਮੰਨ ਲਓ ਜੇ ਘਟ ਵੀ ਜਾਵੇ। ਜੈ ਕਹਿੰਤੇ ਲਿਆਈ ਦਿਓ ਪੁਰਾਈ। ਮੈਂ ਜਿੱਥੋਂ ਕਿੱਥੋਂ ਮਰਜ਼ੀ ਲੈ ਕੇ ਆਵਾਂ ਧਨ, ਮੈਂ ਜੈ ਰਾਮ ਦੌਲਤ ਖਾਨ ਦਾ ਜਿਹੜਾ ਘਾਟਾ ਉਹ ਮੈਂ ਪੂਰਾ ਕਰਾਂਗੀ। ਜਿੱਥੋਂ ਵੀ ਮੈਨੂੰ ਪੈਸੇ ਲਿਆਉਣੇ ਪੈਣ ਮੈਂ ਉਹ ਘਾਟਾ ਪੂਰਾ ਕਰਾਂਗੀ। ਨੈ ਤੁਮ ਗਮਨੋ ਰਹੋ ਅਬੇ। ਤੁਸੀਂ ਨਾ ਕਿਤੇ ਜਾਓ, ਤੁਸੀਂ ਇੱਥੇ ਹੀ ਰਹੋ ਮੇਰੇ ਸਾਹਿਬ ਜੀ। ਹਮ ਫੇਰ ਨ ਕਹਿ ਤੂੰ ਰਹਿ। ਅੱਜ ਤੋਂ ਬਾਅਦ ਮੈਂ ਮੁੜ ਕਦੇ ਨਾ ਕਹਾਂਗੀ, ਨਾ ਮੈਂ ਆਪਣੇ ਪਤੀ ਦੇਵ ਨੂੰ ਕਹਿਣ ਦਿਆਂਗੀ। ਅਸੀਂ ਹਮੇਸ਼ਾ ਸ਼ਾਂਤ ਤੇ ਚੁੱਪ ਰਹਾਂਗੇ। ਤੁਸੀਂ ਜਿਵੇਂ ਮਰਜ਼ੀ ਵਿਚਰੋ, ਜਿਵੇਂ ਮਰਜ਼ੀ ਕਰੋ, ਤੁਹਾਡੇ ਤੇ ਕਿਸੇ ਪ੍ਰਕਾਰ ਦਾ ਕੋਈ ਅੰਕੁਸ਼ ਨਹੀਂ ਹੈ। हे ਸਾਹਿਬ ਤੁਸੀਂ ਸੁਤੰਤਰ ਹੋ। ਸਭ ਸੁਖ ਲੈ ਹੈ ਪਾਸ ਰਹੇ। ਮਹਾਰਾਜ ਤੁਹਾਡੇ ਪਾਸ ਰਹਿ ਕੇ ਅਸੀਂ ਸਾਰੇ ਸੁਖ ਲਹੇ ਨੇ, ਪ੍ਰਾਪਤ ਕੀਤੇ ਨੇ। ਮਨ ਰੋਸ ਨਿਵਾਰੋ ਕਰੁਣਾ ਤਾਰੋ। ਭਰਾ ਜੀ ਆਪਣੇ ਮਨ ਦਾ ਰੋਸ ਦੂਰ ਕਰੋ, ਸਾਡੇ ਤੇ ਆਪਣੀ ਦਇਆ ਦ੍ਰਿਸ਼ਟੀ ਤੇ ਕਰੁਣਾ ਭਰੀ ਨਿਗਾਹ ਨਾਲ ਵੇਖੋ। ਬਿਰਹਿ ਨ ਡਾਰੋ ਪੰਥ ਗਹੇ। ਮਹਾਰਾਜ ਜੀ ਸਾਨੂੰ ਵਿਛੋੜਾ ਪਾ ਕੇ ਨਾ ਜਾਓ, ਸਾਨੂੰ ਵਿਛੋੜਾ ਪਾ ਕੇ ਏਦਾਂ ਨਾ ਜਾਓ ਮਹਾਰਾਜ। ਅਸੀਂ ਤੁਹਾਡੇ ਰਾਹ ਤੇ ਚੱਲਣ ਵਾਲੇ ਹਾਂ। ਹੋ ਨਿਕਟ ਬਖਾਨੀ ਏ ਬਰਬਾਨੀ। ਮਹਾਰਾਜ ਜੀ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਏਦਾਂ ਕਹਿੰਦੇ ਬੇਬੇ ਨਾਨਕੀ ਨੇ ਬੇਨਤੀ ਕੀਤੀ ਨਾ ਜਦੋਂ ਕੋਲੋਂ, ਤੇ ਫਿਰ ਭਾਈ ਬਾਲਾ ਜੀ ਕਹਿੰਦੇ ਮੈਂ ਬੋਲਿਆ ਸਿਫਾਰਿਸ਼ ਕਰਨ ਲਈ ਬੇਬੇ ਨਾਨਕੀ ਤੇ ਭਾਈਏ ਜੈ ਰਾਮ ਦੀ ਗੱਲਬਾਤ ਚੱਲ ਰਹੀ ਸੀ। ਭਾਈ ਬਾਲਾ ਜੀ ਕਹਿੰਦੇ ਮੈਂ ਵੀ ਉੱਥੇ ਖੜਾ ਸੀ। ਕਹਿੰਦੇ ਫਿਰ ਲਾਗਿਓ ਮੈਂ ਵੀ ਸਿਫਾਰਿਸ਼ ਕਰਨ ਵਾਸਤੇ ਸਤਿਗੁਰੂ ਜੀ ਨੂੰ ਕਿਹਾ। ਨਾਨਕ ਸਾਨੀ ਅਵਰ ਨਹੀਂ। ਮਹਾਰਾਜ ਜੀ ਆਪ ਜੀ ਦੇ ਸਾਨੀ, ਆਪ ਜੀ ਦੇ ਬਰੋਬਰ ਕੋਈ ਨਹੀਂ ਹੈ। ਕਹਿੰਦੇ ਕਹੇ ਕਹਿ ਜਾਵਹਿ ਤੁਮ ਸਾਰ ਅਵਰ ਨਾ ਕੋਈ। ਤੁਮ ਸਾਰ ਅਵਰ ਨਾ ਕੋਈ। ਮਹਾਰਾਜ ਤੁਹਾਡੇ ਵਰਗਾ ਕੋਈ ਨਹੀਂ। ਜੋ ਰਗਵਰ ਕਿਸ਼ਨਾ ਤਰ ਤਨ ਬਿਸ਼ਨਾ। ਕਹਿੰਦੇ ਜਿਵੇਂ ਤ੍ਰੇਤੇ ਯੁੱਗ ਦੇ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਜਾਂ ਦੁਆਪਰ ਚ ਕ੍ਰਿਸ਼ਨ ਜੀ ਨੇ ਅਵਤਾਰ ਧਾਰਿਆ ਹੈ ਪਤੀ ਜਿਸ਼ਨਾ ਰੂਪ ਸਾਈ। ਔਰ ਕਹਿੰਦੇ ਵਿਸ਼ਨੂੰ ਦਾ ਅਵਤਾਰ ਤਿਨਾਂ ਨੂੰ ਕਿਹਾ ਜਾਂਦਾ ਹੈ। ਯੁਗ ਪਦ ਅਰਬਿੰਦਾ ਆਨੰਦ ਕੰਦਾ। ਇਸ ਕਲੀ ਕਾਲ ਦੇ ਸਮੇਂ ਚ ਤੁਸੀਂ ਨਿਰੰਕਾਰ ਦਾ ਅਵਤਾਰ ਹੋ।
ਤੁਹਾਡੇ ਸੋਹਣੇ ਦੋਨੋਂ ਚਰਨ ਕਮਲਾਂ ਦੇ ਉੱਤੇ ਜੋ ਆਨੰਦ ਦਾ ਮੂਲ ਹਨ, ਸੁਖਦ ਮੁਕੰਦਾ ਅਗਟਾਰੀ। ਉਹ ਸੁਖ ਦੇਣ ਵਾਲੇ, ਮੁਕਤੀ ਦੇਣ ਵਾਲੇ ਚਰਨ ਨੇ ਤੁਹਾਡੇ, ਜਿਹੜੇ ਤੁਹਾਡੇ ਚਰਨਾਂ ਨੂੰ ਸਪਰਸ਼ ਕਰਦੇ ਨੇ ਸਤਿਗੁਰੂ ਜੀ। ਤੁਸੀਂ ਉਹਨਾਂ ਦੇ ਪਾਪ ਟਾਲ ਦਿੰਦੇ ਹੋ, ਤੁਸੀਂ ਉਹਨਾਂ ਦੇ ਪਾਪਾਂ ਦਾ ਨਿਵਾਰਨ ਕਰ ਦਿੰਦੇ ਹੋ। ਜਨ ਕਰੁਣਾ ਕਰ ਸਭ ਜਗ ਠਾਕੁਰ। ਮਹਾਰਾਜ ਤੁਸੀਂ ਕਿਰਪਾ ਕਰਨ ਵਾਲੇ ਹੋ, ਸਾਰੇ ਜਗਤ ਦੇ ਠਾਕੁਰ ਹੋ, ਮਾਲਕ ਹੋ। ਗਿਆਨ ਦਿਵਾਕਰ ਪੁਜਟਾ ਪਾਰੀ। ਮਹਾਰਾਜ ਤੁਸੀਂ ਗਿਆਨ ਦਾ ਸੂਰਜ ਹੋ ਔਰ ਅਜਾਨ ਬਾਹਾਂ ਦੇ ਮਾਲਕ ਹੋ। ਜਿਵੇਂ ਕਲਗੀਧਰ ਸਵਾਮੀ ਨੇ ਲਿਖਿਆ ਨਾ, ਭਾਰੀ ਭੁਜਾਨ ਕੋ ਭਾਰੀ ਭਰੋਸੋ। ਮਹਾਰਾਜ ਤੁਹਾਡੀਆਂ ਵੱਡੀਆਂ ਬਾਹਾਂ, ਬਲੀ ਬਾਹਾਂ ਦੇ ਉੱਤੇ ਮੈਨੂੰ ਭਰੋਸਾ ਹੈ। ਤੁਸੀਂ ਅਜਾਨ ਬਾਹੋ, ਮਾਲਕ ਹੋ। ਆਪਣੀਆਂ ਬਾਹਾਂ ਦੇ ਬਲ ਨਾਲ ਜਿਸ ਨੂੰ ਰੱਖ ਲੈਂਦੇ ਹੋ, ਉਹਨੂੰ ਕੋਈ ਮਾਰ ਨਹੀਂ ਸਕਦਾ। ਦੋਹਰਾ ਸ਼੍ਰੀ ਅੰਗਦ ਜੀ ਸੁਨੋ ਮੈਂ, ਇਮ ਤਵ ਕਹਿ ਕਰ ਬੰਦ। ਇਹ ਗੁਰੂ ਅੰਗਦ ਦੇਵ ਸਾਹਿਬ ਜੀ, ਏਦਾਂ ਜਦੋਂ ਮੈਂ ਗੁਰੂ ਸਾਹਿਬ ਦੀ ਸਿਫਤ ਕੀਤੀ, ਉਹਨਾਂ ਦੀ ਵਡਿਆਈ ਕਰਕੇ ਮੈਂ ਤਿਨਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ, ਬਾਹਰ ਬਚਨ ਉਚਰੇ ਰੁਚਰ ਕਰਨ ਰੋਸ ਇਤ ਮੰਦ। ਮੈਂ ਚਰਨ ਫੜ ਲਏ ਗੁਰੂ ਨਾਨਕ ਸਾਹਿਬ ਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਸੰਨਤਾ ਦੇ ਘਰ ਚ ਆ ਜਾਣ। ਕਹਿੰਦੇ ਮੈਂ ਇਦਾਂ ਬੇਨਤੀ ਕਰਕੇ ਨਾ ਸਤਿਗੁਰਾਂ ਦੇ ਚਰਨ ਘੁੱਟ ਕੇ ਫੜ ਛੱਡੇ ਤੇ ਨਾਲੇ ਚਰਨਾਂ ਨੂੰ ਕਸੀ ਜਾਵਾਂ ਤੇ ਨਾਲੇ ਕਹੀ ਜਾਵਾਂ, ਮੇਰੇ ਸਾਹਿਬ ਤੁਹਾਡੇ ਵਰਗਾ ਦਿਆਲੂ ਕੌਣ ਹੈ। ਕਹਿੰਦੇ ਚਰਨ ਫੜ ਲਏ ਮੈਂ ਸਾਹਿਬ ਦੇ, ਚਰਨ ਫੜ ਕੇ ਬਹਿ ਗਿਆ ਥੱਲੇ ਪੁੰਜਿਆ ਤੇ ਚਰਨ ਫੜ ਕੇ ਨਾਲੇ ਝੱਸੀ ਜਾਵਾਂ ਤੇ ਨਾਲੇ ਕਹੀ ਜਾਵਾਂ, ਮਹਾਰਾਜ ਤੁਹਾਡੇ ਵਰਗਾ ਕਰਨਾਲੂ, ਤੁਹਾਡੇ ਵਰਗਾ ਮੇਰਾ ਦਾ ਸਾਈਂ ਕੌਣ ਹੈ ਭਲਾ। ਤੁਸੀਂ ਬੜੇ ਦਿਆਲੂ ਹੋ, ਬੜੇ ਕਿਰਪਾਲੂ ਹੋ। ਕੁੰਡਲੀਆ ਛੰਦ ਸੁਸਾ ਸੁਸਾ ਪਤੀ ਦੀਨ ਹੋਏ, ਬਿਨੈ ਪਨਤ ਬਹੁ ਬਾਰ। ਮੈਂ ਆਖਿਆ ਸਤਿਗੁਰੂ ਵੇਖੋ ਆ ਭੈਣ ਨਾਨਕੀ, ਉਹਨਾਂ ਦੇ ਪਤੀ ਭਾਈਆ ਜੈ ਰਾਮ ਜੀ ਕਿਵੇਂ ਆਪ ਜੀ ਦੇ ਚਰਨਾਂ 'ਚ ਬਾਰ-ਬਾਰ ਦੀਨ ਹੋ ਕੇ ਬੇਨਤੀਆਂ ਕਰ ਰਹੇ ਹਨ। ਪਗ ਪਕਰਤ ਮਨ ਪ੍ਰੇਮ ਧਰ ਰਹੀਏ ਜੀ ਜਾਗਾਰ। ਮਹਾਰਾਜ ਜੀ ਵੇਖੋ ਤੁਹਾਡੇ ਚਰਨ ਫੜੇ ਹੈ, ਆਪ ਜੀ ਕਿਰਪਾ ਕਰੋ, ਪ੍ਰੇਮ ਦੇ ਘਰ ਵਿੱਚ ਆ ਕੇ ਜੀਜਾ ਜੀ ਦੇ ਘਰ ਰਹੋ, ਇੱਥੇ ਉਹਨਾਂ ਦੀ ਬੇਨਤੀ ਪ੍ਰਵਾਨ ਕਰੋ। ਰਹੀਏ ਜੀ ਜਾਗਾਰ ਬਚਨ ਪੁਨ ਪੁਨ ਨੇ ਫੇਰੋ। ਮਹਾਰਾਜ ਜੀ ਜੀਜਾ ਜੀ ਦੇ ਘਰ ਰਹੋ, ਇੱਥੇ ਉਹਨਾਂ ਦੇ ਬਚਨ ਮੁੜ ਮੁੜ ਕੇ ਨਾ ਫੇਰੋ। ਦਇਆ ਐਨ ਸੁਖ ਦੇਨ ਪਰਮ ਪ੍ਰੇਮੀ ਇਨ ਹੀਰੋ। ਇਹ ਦਇਆ ਦੇ ਘਰ, ਸੁੱਖਾਂ ਦੇ ਦਾਤੇ ਸਤਿਗੁਰੂ ਜੀ, ਇਹ ਦੰਪਤੀ ਤੁਹਾਡੇ ਪ੍ਰੇਮੀ ਹਨ। ਇਹਨਾਂ ਦੇ ਮਨ ਦਾ ਪ੍ਰੇਮ ਵੇਖੋ। ਵੱਡਿਆਂ ਕੇ ਮਨ ਕ੍ਰੋਧ ਜੋ ਪਾਵਕ ਸਰਸ ਉਦੋਤ। ਕਹਿੰਦੇ ਵੱਡਿਆਂ ਦੇ ਮਨ 'ਚ ਜੇ ਕ੍ਰੋਧ ਆਵੇ ਤੇ ਉਹ ਅਗਨੀ ਦੇ ਸਮਾਨ ਹੁੰਦਾ ਹੈ। ਵੱਡਿਆਂ ਦੇ ਮਨ 'ਚ ਕ੍ਰੋਧ ਆਵੇ ਤੇ ਉਹ ਅਗਨੀ ਦੇ ਸਰਸ ਉਦਤ ਹੁੰਦਾ ਹੈ। ਕਰਤ ਬੇਨਤੀ ਬੰਦਨਾ ਬਾਰ ਬੁਝਾਵਨ ਹੋਤ। ਪਰ ਜਦੋਂ ਛੋਟੇ ਹੱਥ ਜੋੜ ਕੇ ਬੇਨਤੀ ਕਰਦੇ ਆ ਨਾ, ਬੰਦਨਾ ਕਰਦੇ ਆ ਵੀ ਖਿਮਾ ਕਰ ਦਿਓ, ਤੇ ਕਹਿੰਦੇ ਵੱਡਿਆਂ ਦੇ ਹਿਰਦੇ 'ਚ ਉੱਠਣ ਵਾਲੀ ਉਸ ਕ੍ਰੋਧ ਦੀ ਅੱਗ ਨੂੰ ਛੋਟਿਆਂ ਵੱਲੋਂ ਕੀਤੀ ਹੋਈ ਬੇਨਤੀ ਪਾਣੀ ਦਾ ਕੰਮ ਕਰਕੇ ਅੱਗ ਨੂੰ ਬੁਝਾ ਦਿੰਦੀ ਹੈ। ਛੋਟੇ ਬੇਨਤੀਆਂ ਕਰਨ ਤੇ ਵੱਡਿਆਂ ਦੇ ਮਨ 'ਚ ਉਪਜਣ ਵਾਲਾ ਕ੍ਰੋਧ ਰੂਪੀ ਅਗਨੀ ਛੋਟਿਆਂ ਵੱਲੋਂ ਕੀਤੀ ਹੋਈ ਬੇਨਤੀ ਉਹ ਜਲ ਦਾ ਕੰਮ ਕਰਦੀ ਹੈ। ਮਹਾਰਾਜ ਸਾਡੇ ਛੋਟਿਆਂ ਦੀ ਤੁਹਾਡੇ ਚਰਨਾਂ 'ਚ ਬੇਨਤੀ ਹੈ, ਇਹਨਾਂ ਤੇ ਤਰਸ ਕਰੋ, ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਇਹਨਾਂ ਦੇ ਪਾਸ ਹੀ ਰਹੋ। ਕਮਲ ਨੈਣ ਸੁਨ ਬੈਨ ਮਮ ਹੋਏਗੇ ਪਰਮ ਕਿਰਪਾਲ। ਭਾਈ ਬਾਲਾ ਜੀ ਕਹਿੰਦੇ ਜਦੋਂ ਮੈਂ ਕਮਲ ਨੈਣ ਸਤਿਗੁਰਾਂ ਨੂੰ ਏਦਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਕਿਰਪਾ ਦੇ ਘਰ ਵਿੱਚ ਆ ਗਏ। ਪਰਮ ਕਿਰਪਾਲੂ ਹੋ ਕੇ ਕਿਰਪਾ ਦੇ ਘਰ ਵਿੱਚ ਆਏ।
ਬਾਨੀ ਸਾਨੀ ਹੇਤ ਜਨ ਬੋਲੇ ਸੁਖ ਦਰਸਾਲ। ਮਹਾਰਾਜ ਜੀ ਆਪਣੇ ਪ੍ਰੇਮ ਭਰੇ ਬੋਲ ਆਪਣੀ ਰਸਨਾ ਤੋਂ ਬੋਲੇ, ਜਿਨ੍ਹਾਂ ਬੋਲੇ ਹੋਏ ਬੋਲਾਂ ਵਿੱਚ ਸੁਖ ਹੈ, ਰਸ ਹੈ, ਪ੍ਰੇਮ ਹੈ। ਐਸੇ ਸੁਖ ਦਾਤੇ ਬੋਲ ਬੋਲੇ। ਬੋਲੇ ਸੁਖ ਦਰਸਾਲ ਭਨਿਓ ਬਾਲੇ ਬਚ ਤੇਰਾ। ਸੁੱਖਾਂ ਦੇ ਦਾਤੇ ਸਤਿਗੁਰੂ ਜੀ ਕਹਿੰਦੇ ਭਾਈ ਬਾਲਾ ਜੀ, ਜੋ ਤੁਸੀਂ ਬਚਨ ਕਹਿੰਦੇ ਹੋ ਤਬੇ ਨਾ ਹੋਰੋ ਤਾਏ ਲਖੋ ਇਸ ਬਿਦਮਤ ਮੇਰਾ। ਭਾਈ ਬਾਲਾ ਜੀ, ਤੁਸੀਂ ਜੋ ਬਚਨ ਕਹਿੰਦੇ ਹੋ ਮੈਂ ਤੁਹਾਡੇ ਕਹੇ ਬਚਨ ਨੂੰ ਨਹੀਂ ਮੋੜ ਸਕਦਾ, ਇਹ ਮੇਰਾ ਮਤ ਹੈ। ਤੁਸੀਂ ਜੋ ਕਹੋਗੇ ਜਾਂ ਹੁਣ ਕਿਹਾ ਹੈ ਜਾਂ ਅੱਗੇ ਕਹੋਗੇ, ਭਾਈ ਬਾਲਾ ਜੀ ਤੁਹਾਡਾ ਬਚਨ ਅਸੀਂ ਕਦੇ ਨਹੀਂ ਮੋੜਾਂਗੇ, ਤੁਹਾਨੂੰ ਸਾਡਾ ਵਰ ਹੈ। ਕਿਉਂਕਿ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ। ਜੋ ਕਹਿ ਦੇਣ ਉਹ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਤੁਹਾਡੇ ਵਚਨ ਭਾਈ ਬਾਲਾ ਜੀ ਅਸੀਂ ਨਹੀਂ ਮੋੜਾਂਗੇ, ਸਾਡਾ ਮਤ ਹੈ। ਅਸ ਕੈ ਸਥਿਤ ਪੁਨ ਕਰੀ ਦੀਨਾ ਨਾਥ ਦਿਆਲ। ਇਦਾਂ ਕਹਿ ਕੇ ਦੀਨਾ ਤੇ ਦਇਆ ਕਰਨ ਵਾਲੇ ਦਿਆਲੂ ਜਗਤਨਾਥ ਜੀ ਕਹਿੰਦੇ ਠੀਕ ਹੈ ਹੁਣ ਰਹਾਂਗੇ। ਪਾਤਸ਼ਾਹ ਨੇ ਸੁਲਤਾਨਪੁਰ ਸਾਹਿਬ ਵਿਖੇ ਸਥਿਤੀ ਕਰ ਲਈ। ਦੇਖੇ ਦਰਸ਼ਨ ਦੁਖ ਦਹੈ ਜਨ ਦਾਤਾ ਜੋ ਵਿਸਾਲ। ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਨਸ਼ਟ ਹੁੰਦੇ ਨੇ, ਔਰ ਆਪਣਿਆਂ ਸੇਵਕਾਂ ਨੂੰ ਆਪਣਿਆਂ ਦਾਸਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸੁੱਖਾਂ ਦੀ ਦਾਤ ਦੇ ਕੇ ਤਿਨਾਂ ਨੂੰ ਮੁਕਤੀ ਦਾ ਅਧਿਕਾਰੀ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ। ਦੋਹਰਾ ਦੰਪਤੀ ਮੁਝ ਸੋ ਪਾਖਈ ਤਰ ਕੈ ਅਦਕ ਸਨੇਹੋ। ਭਾਈ ਬਾਲਾ ਜੀ ਕਹਿੰਦੇ ਜਦੋਂ ਸਤਿਗੁਰਾਂ ਨੇ ਬੇਨਤੀ ਮੰਨ ਲਈ ਨਾ ਮੇਰੀ, ਤੇ ਫਿਰ ਦੋਵੇਂ ਜੀ ਭਾਈਆ ਜੈ ਰਾਮ ਤੇ ਬੇਬੇ ਨਾਨਕੀ ਜੀ ਮੈਨੂੰ ਕਹਿਣ ਲੱਗੇ, ਆਜ ਪ੍ਰਾਤ ਦੀਨੋ ਨਿਓ ਤਨ ਤਨ ਬੁੱਧ ਗਿਓ। ਕਹਿਣ ਲੱਗੇ ਭਾਈ ਬਾਲਾ ਜੀ ਤੁਸੀਂ ਧਨ ਹੋ, ਤੁਸੀਂ ਮਹਾਨ ਬੁੱਧੀ ਦੇ ਧਾਰਨੀ ਹੋ, ਤੁਸੀਂ ਅੱਜ ਸਾਨੂੰ ਨਵਾਂ ਵੀਰ ਦਿੱਤਾ ਹੈ, ਨਵਾਂ ਭਰਾ ਉਹ ਤੁਸੀਂ ਅੱਜ ਸਾਨੂੰ ਬਖਸ਼ਿਆ ਹੈ। ਸੇਵਾ ਨਿਸਬਾ ਸੁਰ ਕਰਤ ਜਾਂ ਤੇ ਕਰੁਣਾ ਪੂਰ। ਤੁਸੀਂ ਸਤਿਗੁਰਾਂ ਦੀ ਰਾਤ ਦਿਨ ਸੇਵਾ ਕਰਦੇ ਹੋ, ਇਸ ਕਰਕੇ ਤੁਹਾਡੇ ਤੇ ਸਤਿਗੁਰੂ ਜੀ ਬੜੇ ਪ੍ਰਸੰਨ ਰਹਿੰਦੇ ਆ। ਤੁਸੀਂ ਹਰ ਵੇਲੇ ਉਹਨਾਂ ਦੀ ਸੇਵਾ 'ਚ ਜੋ ਰਹਿੰਦੇ ਹੋ, ਇਸ ਕਰਕੇ ਸਤਿਗੁਰੂ ਜੀ ਤੁਹਾਡੇ ਤੇ ਭਾਰੀ ਕਿਰਪਾ ਕਰਦੇ ਹਨ। ਸ਼ਰਧਾ ਤੁਮਰੇ ਉਰਦਈ ਭਇਓ ਪਰਮ ਮਨ ਦੂਰ। ਤੁਹਾਡੇ ਮਨ ਵਿੱਚ ਸ਼ਰਧਾ ਦੇ ਦਿੱਤੀ ਆ ਇਹਨਾਂ ਨੇ ਆਪਣੀ, ਇਸ ਕਰਕੇ ਤੁਹਾਡੇ ਅੰਦਰ ਕੋਈ ਭਰਮ ਨਹੀਂ ਰਿਹਾ, ਤੁਹਾਡੇ ਸਾਰੇ ਭਰਮ ਦੂਰ ਹੋ ਗਏ ਨੇ। ਸੋਰਠਾ ਹਰਖਤ ਸਭ ਸੁਖ ਪਾਏ ਸ਼੍ਰੀ ਨਾਨਕ ਆਪਨ ਚਲੇ। ਇਦਾਂ ਸਾਰੇ ਘਰ 'ਚ ਫਿਰ ਖੁਸ਼ੀ ਦੀ ਲਹਿਰ ਆ ਗਈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੇਬੇ ਨਾਨਕੀ ਦੇ ਘਰੋਂ ਹੱਟ ਸਾਹਿਬ ਨੂੰ ਚੱਲ ਪਏ, ਮੋਦੀ ਖਾਨੇ ਨੂੰ ਚੱਲ ਪਏ। ਮੰਦ ਮੰਦ ਗਤੀ ਜਾਏ ਕਵੀ ਜਾਵਤ ਬਲਿਹਾਰ ਨੇ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਸਤਿਗੁਰੂ ਜੀ ਬੜੀ ਸੁੰਦਰ ਚਾਲ, ਮਿੱਠੀ ਮਿੱਠੀ ਚਾਲ ਚੱਲਦੇ ਜਾ ਰਹੇ ਨੇ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਕਹਿੰਦੇ ਬਲਿਹਾਰ ਜਾਈਦਾ ਹੈ। ਗੁਰਦੇਵ ਨੂੰ ਸੋਹਣੀ ਸੋਹਣੀ ਚਾਲ ਚਲਦਿਆਂ ਚਲਦਿਆਂ ਵੇਖ ਮੈਂ ਬਲਿਹਾਰ ਜਾਂਦਾ ਹਾਂ, ਵਾਰੇ ਵਾਰੇ ਜਾਂਦਾ ਹਾਂ। ਲੇਖੇ ਤੇ ਜੋ ਸ਼ੇਖ ਦੀਨੋ ਦੌਲਤ ਖਾਨ ਧਨ। 135 ਰੁਪਏ ਜਿਹੜੇ ਮਹਾਰਾਜ ਜੀ ਵੱਲ ਵਧੇ ਸਨ ਦੇਣੇ, ਦੌਲਤ ਖਾਨ ਨੇ ਦੇਣੇ ਸੀ। ਦੌਲਤ ਖਾਨ ਨੇ 135 ਰੁਪਏ ਮਹਾਰਾਜ ਜੀ ਨੂੰ ਦਿੱਤੇ। ਹਰ ਖਿਓ ਹਿਰਦੇ ਵਿਸ਼ੇਖ
ਦਏ 17 ਸੇ ਅਧਿਕ। ਕਹਿੰਦੇ ਖੁਸ਼ ਹੋਇਆ ਤੇ ਉਹਨੇ 1700 ਰੁਪਏ ਤੋਂ ਹੋਰ ਵੱਧ ਮਾਇਆ ਜਿਹੜੀ ਸੀ ਹੋਰ ਉਹ ਵੀ ਦੇ ਦਿੱਤੀ। ਹਿੰਦੂ ਤੁਰਕ ਬਹੁ ਆਏ ਦੇਤ ਵਧਾਈ ਮਿਲ ਸਬੇ। ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਆ ਕੇ ਸਤਿਗੁਰੂ ਜੀ ਨੂੰ ਵਧਾਈਆਂ ਦੇ ਕੇ ਮਿਲਦੇ ਹਨ। ਪਾਖੇ ਬੌਰ ਸੁਨਾਏ ਹਮੇ ਸੁਨਿਓ ਕ੍ਰਿਤ ਤਜ ਦਈ। ਉਹ ਆ ਕੇ ਕਹਿੰਦੇ ਜੀ ਸਾਨੂੰ ਪਤਾ ਲੱਗਾ ਸੀ ਵੀ ਤੁਸੀਂ ਇਹ ਕੰਮ ਛੱਡਣ ਲੱਗੇ ਹੋ, ਇਹ ਮੋਦੀ ਖਾਨੇ ਦਾ ਕੰਮ ਤੁਸੀਂ ਤਿਆਗਣ ਲੱਗੇ ਹੋ। ਦੋਹਰਾ ਅਦਿਕ ਕੀਨ ਅਪਸੋਸਿਆਮ ਤੁਮਿ ਉਪਕਾਰ ਸਰੀਰ। ਕਹਿੰਦੇ ਜਦੋਂ ਸਾਨੂੰ ਪਤਾ ਲੱਗਾ ਵੀ ਤੁਸੀਂ ਛੱਡਣ ਲੱਗੇ ਹੋ ਇਹ ਕੰਮ, ਕਹਿੰਦੇ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੋਇਆ ਕਿ ਨਾਨਕ ਜੀ ਤਾਂ ਇਹ ਸਰੀਰ ਧਾਰਨ ਕਰਕੇ ਆਏ ਨੇ ਕੇਵਲ ਪਰਉਪਕਾਰ ਕਰਨ ਵਾਸਤੇ, ਉਹ ਤਾਂ ਉਪਕਾਰੀ ਹਨ। ਅਸੀਂ ਜਦੋਂ ਸੁਣਿਆ ਕਿ ਤੁਸੀਂ ਮੋਦੀ ਖਾਨਾ ਛੱਡਣ ਲੱਗੇ ਹੋ, ਇਸ ਗੱਲ ਨੂੰ ਸੁਣ ਕੇ ਸਾਨੂੰ ਅਫਸੋਸ ਹੋਇਆ। ਕ੍ਰਿਤਲੀਨੀ ਹਰ ਖੇ ਸੁਨਤ ਵਧੀਏ ਗੁਨੀ ਗਹੀਰ। ਤੁਹਾਡੀ ਇਹ ਕ੍ਰਿਤ ਅਸੀਂ ਵੇਖੀ ਤੇ ਖੁਸ਼ ਹੋਏ ਆ ਕਿ ਤੁਸੀਂ ਵਾਪਸ ਆ ਕੇ ਮੋਦੀ ਖਾਨਾ ਸਾਂਭ ਲਿਆ। ਮਹਾਰਾਜ ਜੀ ਤੁਹਾਡੇ ਹੋਰ ਵਾਧੇ ਪੈਣ, ਸਾਡੀਆਂ ਤੇ ਅਸੀਸਾਂ ਤੇ ਸ਼ੁਭ ਕਾਮਨਾਵਾਂ ਨੇ। ਨਾਨਕ ਜੀ ਮੋਦੀ ਜੀ ਤੁਹਾਡੇ ਇਸ ਮੋਦੀ ਖਾਨੇ ਦੇ ਵਿੱਚ ਹੋਰ ਵਾਧੇ ਪੈਣ। ਜਥਾ ਉਚਿਤ ਸਨਮਾਨ ਕੈ ਬਿਦਾ ਕੀਨ ਗੁਣ ਐਨ। ਜਥਾ ਉਚਿਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਇਆ ਹੋਇਆ ਸਾਰਿਆਂ ਦਾ ਸਨਮਾਨ ਕੀਤਾ ਔਰ ਸਭ ਨੂੰ ਵਿਦਾ ਕੀਤਾ। ਕਰਨ ਲਗੇ ਮੋਦੀ ਕ੍ਰਿਤ ਪੂਰਬ ਜਿਉ ਮਨ ਪੈਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਉਸੇ ਤਰ੍ਹਾਂ ਮੋਦੀ ਖਾਨੇ 'ਚ ਤੇਰਾ ਤੋਲਣ ਲੱਗੇ ਨੇ, ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ, ਕਿਸੇ ਦਾ ਡਰ ਨਹੀਂ, ਸੁਤੰਤਰ ਹਨ। ਸਾਰਾ ਸੰਸਾਰ ਜਿਨ੍ਹਾਂ ਦੇ ਭੈ ਵਿੱਚ ਚੱਲਦਾ ਹੈ। ਦੋਹਰਾ ਸ਼੍ਰੀ ਗੁਰੂ ਹਰਿ ਗੋਬਿੰਦ ਜੀ ਪਦ ਅਰਬਿੰਦ ਮਨਾਏ। ਨਵਾਂ ਅਧਿਆਏ 19ਵਾਂ ਪ੍ਰਾਰੰਭ ਹੋ ਰਿਹਾ ਹੈ। ਇਸ ਕਰਕੇ ਮਹਾਂਕਵੀ ਜੀ ਮੰਗਲ ਕਰ ਰਹੇ ਨੇ, ਮੰਗਲ ਕਰ ਰਹੇ ਨੇ। 6ਵੀਂ ਪਾਤਸ਼ਾਹੀ ਮੇਰੀ ਪੀਰੀ ਦੇ ਮਾਲਕ ਦਲ ਭੰਜਨ ਗੁਰਸੂਰਮਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੰਦੀ ਛੋੜ ਸਤਿਗੁਰਾਂ ਦਾ। ਕਹਿੰਦੇ ਸ੍ਰੀ ਗੁਰੂ ਹਰਗੋਬਿੰਦ ਸਰਾਜ ਪਵਿੱਤਰ ਚਰਨ ਕਮਲਾਂ ਨੂੰ ਮਨਾ ਕੇ ਪਦ ਅਰਬਿੰਦ ਮਨਾਏ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ ਮਨਾ ਕੇ, ਤਿਨਾਂ ਦੇ ਚਰਨਾਂ ਨੂੰ ਪੂਜ ਕੇ ਕਹੋ ਕਥਾ ਸੁਖਦਾਇਨੀ ਸੁਨੋ ਸਿੱਖ ਚਿਤ ਲਾਏ। ਮੈਂ ਸਤਿਗੁਰੂ ਜੀ ਦੀ ਕਥਾ ਕਹਿੰਦਾ ਹਾਂ, ਐ ਗੁਰੂ ਕੇ ਸਿੱਖੋ ਤੁਸੀਂ ਮਨ ਲਾ ਕੇ ਚਿਤ ਲਾ ਕੇ ਇਸ ਕਥਾ ਨੂੰ ਸਰਵਣ ਕਰੋ। ਸ਼੍ਰੀ ਬਾਲਾ ਸੰਧੂਆ ਚ ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ ਵਿੱਚ ਸਰਵਣ ਕਰਾ ਰਹੇ ਹਨ। ਸਵਈਆ ਕੇਤਕ ਕਾਲ ਬਤੀਤ ਪਇਓ ਪਲਿਰੀਤ ਸੋ ਮੋਦੀ ਕੀ ਕਾਰ ਚਲਾਈ। ਇਸੇ ਤਰ੍ਹਾਂ ਕੁਝ ਕੁ ਸਮਾਂ ਬਤੀਤ ਹੋਇਆ। ਮੋਦੀ ਖਾਨੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੋਦੀ ਖਾਨੇ ਦੀ ਕ੍ਰਿਤ ਚਲਾਈ। ਤੋਲਤ ਲੈ ਤਕਰੀ ਕਰ ਮੈਂ, ਹੱਥ ਵਿੱਚ ਤੱਕੜੀ ਫੜ ਕੇ ਉਸ ਤੱਕੜੀ ਦੇ ਨਾਲ ਮੇਰੇ ਸਾਹਿਬ ਤੋਲ ਕੇ ਛਾਬੇ ਦੇ ਨਾਲ ਜਦੋਂ ਕਿਸੇ ਦੇ ਝੋਲੀ ਵਿੱਚ ਜਾਂ ਕਿਸੇ ਦੇ ਥੈਲੇ ਵਿੱਚ ਪਾਉਂਦੇ ਆ ਨਾ ਛਾਬਾ, ਉਹ ਲੱਦ ਕੇ ਤੇ ਮੁਖੋਂ ਕਹਿੰਦੇ ਤੇਰਾ। ਫਿਰ ਦੂਜਾ ਆਉਂਦਾ, ਤੋਲਦੇ ਨੇ ਤੱਕੜੀ ਨਾਲ ਤੋਲ ਕੇ, ਫਿਰ ਉਹਦੀ ਝੋਲੀ ਚ ਪਾ ਕੇ ਕਹਿੰਦੇ ਤੇਰਾ 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 ਕਹਿ ਕੇ ਮਹਾਰਾਜ ਜੀ ਜਾਚ ਸਿਖਾ ਰਹੇ ਨੇ। ਐ ਗੁਰਮੁਖੋ
ਮੈਂ ਮੇਰੀ ਨੂੰ ਮਿਟਾ ਕੇ ਤੂੰ ਤੇ ਤੂੰ ਤੇ ਤੂੰ ਦੇ ਚਿੰਤਨ ਵਿੱਚ ਜੁੜ ਜਾਓ। ਮੋਦੀ ਖਾਨੇ ਵਿੱਚ ਬੈਠਿਆਂ ਸਤਿਗੁਰੂ ਜੀ ਹੱਥ 'ਚ ਤਕੜੀ ਲੈ ਕੇ ਤੋਲ ਰਹੇ ਨੇ। ਹਰ ਖਾਏ ਕੈ ਲੇਤ ਹੈ ਦੇਤ ਸਵਾਈ। ਜਿਹੜਾ ਲੈਂਦਾ ਖੁਸ਼ ਹੋ ਕੇ ਲੈਂਦਾ, ਜਦੋਂ ਉਹਦੀ ਝੋਲੀ 'ਚ ਪਾਉਂਦੇ ਆ ਕਹਿੰਦੇ ਉਹਦੇ ਅੰਦਰ ਬਰਕਤਾਂ ਪੈ ਜਾਂਦੀਆਂ ਨੇ। ਤੇ ਜਿੱਥੋਂ ਮਹਾਰਾਜ ਜੀ ਛਾਬਾ ਭਰ ਕੇ ਦਿੰਦੇ ਆ ਉੱਥੇ ਉਹਨੇ ਦਾ ਉਹਨਾਂ ਫਿਰ ਭਰਿਆ ਰਹਿੰਦਾ। ਜਿੰਨਾ ਭਰਦੇ ਆ ਨਾ ਉਹ ਭਰ ਕੇ ਘਟਣਾ ਚਾਹੀਦਾ ਨਾ ਪਿੱਛੋਂ, ਕਹਿੰਦੇ ਘਟਦਾ ਨਹੀਂ, ਉਹ ਫੇਰ ਉਹਨੇ ਦਾ ਉਹਨਾਂ ਹੀ ਭਰਿਆ ਰਹਿੰਦਾ। ਇਹ ਮਹਾਰਾਜ ਜੀ ਦੇ ਭਰੇ ਖਜ਼ਾਨੇ ਹਨ। ਜਿਵੇਂ ਕਲਗੀਧਰ ਸਵਾਮੀ ਨੇ ਲਿਖਿਆ ਨਾ ਜ਼ਫਰਨਾਮੇ 'ਚ, ਲਵਾ ਲਬਦਮ ਨੋਸ਼ ਫਰਾਮੋਸ਼ ਕੁਨ। ਮਹਾਰਾਜ ਤੁਹਾਡੇ ਖਜ਼ਾਨੇ ਲਬਾ ਲਬ ਭਰੇ ਪਏ ਹਨ। ਜਾਚ ਕੇ ਆਵਤ ਕੀਰਤ ਕੋ ਸੁਨ। ਕਹਿੰਦੇ ਬੜੇ ਬੜੇ ਮੰਗਤੇ ਜਾਚਕ ਸਤਿਗੁਰਾਂ ਦੀ ਕੀਰਤੀ ਸੁਣ ਸੁਣ ਕੇ ਆਉਂਦੇ ਨੇ। ਜੋ ਮਨ ਪਾਵਤ ਪਾਵਤ ਸਾਈ। ਜੋ ਉਹਨਾਂ ਦੇ ਮਨ ਨੂੰ ਭਾਉਂਦਾ ਉਹੀ ਕੁਝ ਸਤਿਗੁਰਾਂ ਕੋਲੋਂ ਪ੍ਰਾਪਤ ਕਰਦੇ ਹਨ। ਹੋਏ ਰਾਏ ਬਿਸਮਾਦ ਸਭੇ। ਕਹਿੰਦੇ ਜਿਹੜਾ ਵੀ ਦਾਨ ਲੈਂਦਾ ਉਹਦਾ ਹਿਰਦਾ ਵਿਸਮਾਦ ਵਿੱਚ ਆ ਜਾਂਦਾ ਹੈ। ਨਰ ਕੀਨ ਰਸਾਇਨ ਕੈ ਤਨ ਪਾਈ। ਲੋਕ ਕਹਿੰਦੇ ਆ ਜਾਪਦਾ ਨਾਨਕ ਨੇ ਕੋਈ ਰਸਾਇਣ ਸਿੱਧ ਕੀਤਾ ਹੋਇਆ ਹੈ। ਰਸਾਇਣ ਉਹ ਕਹਿੰਦੇ ਜਿਹੜਾ ਪੈਸੇ ਬਣਾਉਣ ਦਾ ਕੋਈ ਰਸਾਇਣ ਹੁੰਦਾ, ਸੋਨਾ ਬਣਾਉਣ ਦਾ। ਤੇ ਕਈ ਕਹਿੰਦੇ ਲੱਗਦਾ ਇਹਨਾਂ ਦੇ ਹੱਥ ਦਾ ਕੋਈ ਚੰਗਾ ਖਜ਼ਾਨਾ ਲੱਭ ਗਿਆ ਇਹਨਾਂ ਨੂੰ ਧਰਤੀ 'ਚ। ਦੇਈ ਜਾਂਦੇ ਨੇ ਦੇਈ ਜਾਂਦੇ ਨੇ, ਕਮੀ ਨਹੀਂ ਆਉਂਦੀ। ਦੌਲਤ ਖਾਂ ਹਿਸਾਬ ਕਿਤਾਬ ਕਰਦਾ ਉਹਦਾ, ਉਧਰ ਵੀ ਇਹਨਾਂ ਦਾ ਵਾਧਾ ਨਿਕਲਦਾ। ਲੋਕ ਹੈਰਾਨ ਤੇ ਵਿਸਮਾਦ ਹਨ। ਜਾਣੇ ਨਾ ਭੇਦ ਆਛੇਦ ਯਈ। ਲੋਕਾਂ ਨੂੰ ਇਹ ਨਹੀਂ ਪਤਾ, ਸਤਿਗੁਰਾਂ ਦੇ ਭੇਦ ਨੂੰ ਨਹੀਂ ਜਾਣਦੇ ਕਿ ਉਹ ਨਹੀਂ ਜਾਣਦੇ ਕਿ ਇਹ ਉਹੀ ਨੇ ਜੋ ਅਛੇਦ ਹਨ। ਕਰਤਾਰ ਸਰੂਪ ਤਰਾਇਆ ਅਵਤਾਰਾ। ਲੋਕ ਨਹੀਂ ਜਾਣਦੇ ਕਿ ਇਹ ਕਰਤਾਰ ਹੀ ਨੇ ਜਿਹੜੇ ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰ ਕੇ ਆਏ ਹੋਏ ਨੇ। ਸਤਿ ਸ੍ਰੀ ਅਕਾਲ। ਕਰਤਾਰ ਸਰੂਪ ਧਰਾਇਆ ਅਵਤਾਰਾ, ਕਿ ਕਰਤਾਰ ਨੇ ਅਵਤਾਰ ਧਾਰਨ ਕੀਤਾ ਇਸ ਧਰਤੀ ਦੇ ਉੱਤੇ। ਗੁਰੂ ਨਾਨਕ ਸਾਹਿਬ ਦਾ ਸਰੂਪ ਲੈ ਕੇ ਆਏ ਹਨ। ਦੰਭ ਨਿਕੰਦਨ ਆਨੰਦ ਕੰਦ। ਇਹ ਪਖੰਡ ਦਾ ਨਾਸ਼ ਕਰਨ ਵਾਲੇ ਆਨੰਦ ਦਾ ਮੂਲ ਹਨ। ਸੋ ਨਾਮ ਜਪਾਵਨ ਕੋ ਤਨ ਤਾਰਾ। ਨਾਮ ਜਪਾਉਣ ਨੂੰ ਹੀ ਸਰੀਰ ਧਾਰਿਆ, ਆਏ ਹੀ ਨਾਮ ਜਪਾਉਣ ਵਾਸਤੇ ਹਨ। ਨੌ ਨਿਧ ਸਿੱਧ 18 ਜੇਕਰ। 9 ਨਿਧੀਆਂ 18 ਸਿੱਧੀਆਂ ਇਹਨਾਂ ਦੇ ਵਸ ਹਨ, ਇਹਨਾਂ ਦੇ ਚਰਨਾਂ 'ਚ ਰਹਿੰਦੀਆਂ ਨੇ। ਬੰਦ ਕੈ ਠਾਂਡੀ ਰਹੇ ਦਰਬਾਰਾ। 9 ਨਿਧੀਆਂ 18 ਸਿੱਧੀਆਂ ਇਹਨਾਂ ਅੱਗੇ ਹੱਥ ਜੋੜ ਕੇ ਹਮੇਸ਼ਾ ਸਨਮੁਖ ਖਲੋਤੀਆਂ ਰਹਿੰਦੀਆਂ ਹਨ। ਕੌਣ ਕਮੀ ਹੋਏ ਤਾਹੀ ਸਥਾਨ। ਕਹਿੰਦੇ ਉੱਥੇ ਕਿਵੇਂ ਕਿਸੇ ਪ੍ਰਕਾਰ ਦੀ ਕੋਈ ਕਮੀ ਹੋ ਸਕਦੀ ਹੈ। ਨਿਰੰਜਨ ਅੰਜਨ ਮੈਂ ਵਰਤਾਰਾ। ਜਿੱਥੇ ਆਪ ਨਿਰੰਕਾਰ ਜੀ ਵਰਤ ਰਹੇ ਨੇ, ਮਾਇਆ ਦੀ ਕਾਲਖ ਵਿੱਚ ਰਹਿੰਦਿਆਂ ਵੀ ਨਿਰੰਜਨ ਹੋ ਕੇ ਵਰਤ ਰਹੇ ਨੇ, ਉੱਥੇ ਕਦੇ ਕਿਵੇਂ ਕਿਸੇ ਪ੍ਰਕਾਰ ਦੀ ਕਮੀ ਹੋ ਸਕਦੀ ਸੀ। ਕਬਿਤ ਪੱਖੋ ਕੇ ਰੰਧਾਵੇ ਗ੍ਰਾਮ ਬਸੇ ਤਹਿ ਮੂਲਾ ਨਾਮ। ਕਹਿੰਦੇ ਪੱਖੋ ਕੇ ਪਿੰਡ ਰੰਧਾਵਿਆਂ ਜ਼ਿਮੀਦਾਰਾਂ ਦੇ, ਕਹਿੰਦੇ ਪੱਖੋ ਕੇ ਰੰਧਾਵੇ ਪਿੰਡ ਦੇ ਵਿੱਚ ਇੱਕ ਸਤਪੁਰਸ਼, ਇਦਾਂ ਹੀ ਕਹਾਂਗੇ, ਭਾਈ ਮੂਲਾ ਜੀ ਰਹਿੰਦੇ ਹਨ, ਮੂਲ ਚੰਦ ਜੀ ਰਹਿੰਦੇ ਹਨ। ਨੇਗਿਲ ਸਗਾਈ ਆਏ ਪੁਰ ਸੁਲਤਾਨ। ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦੀ ਭਾਗਸ਼ਾਲੀ ਸੁਪੁੱਤਰੀ ਹੈ ਮਾਤਾ ਸੁਲੱਖਣੀ। ਉਹਨਾਂ ਦੀ ਸਗਾਈ ਲੈ ਕੇ, ਲਾਗ ਲੈ ਕੇ ਮੂਲ ਚੰਦ ਜੀ ਦੇ ਨੇਗੀ ਪੱਖੋ ਕੇ ਰੰਧਾਵੇ ਤੋਂ ਬਟਾਲੇ ਤੋਂ ਚੱਲ ਕੇ ਸੁਲਤਾਨਪੁਰ ਸਾਹਿਬ ਆਏ ਹਨ। ਪੂਜਤ ਜੈ ਰਾਮ ਨਾਮ ਆਨ ਮਿਲੇ ਤਾਮ ਸੋ। ਗੱਲਬਾਤ ਚੱਲ ਗਈ ਸੀ ਰਿਸ਼ਤੇ ਦੀ।
ਸਗਾਈ ਲੈ ਕੇ, ਸ਼ਗਨ ਲੈ ਕੇ, ਲਾਗ ਲੈ ਕੇ ਨੇਗੀ ਉਹ ਪਹੁੰਚੇ ਤੇ ਪੁੱਛਦੇ ਨੇ ਆ ਕੇ ਕਿ ਜੀ ਇੱਥੇ ਸੁਲਤਾਨਪੁਰ ਸਾਹਿਬ ਵਿੱਚ ਜੈ ਰਾਮ ਜੀ ਦਾ ਘਰ ਕਿਹੜਾ, ਪਰਮਾਨੰਦ ਜੀ ਦਾ ਘਰ ਕਿਹੜਾ। ਤੋ ਪੁੱਛਦਿਆਂ ਭਾਈਏ ਜੈ ਰਾਮ ਦੇ ਘਰ ਪਹੁੰਚੇ ਨੇ ਲਾਗੀ। ਭਲੇ ਸਨਮਾਨ ਕੈ ਬਿਸਾਏ ਸ਼ੁਭ ਥਾਨੇ। ਭਾਈਆ ਜੈ ਰਾਮ ਜੀ ਨੇ ਇਹਨਾਂ ਦਾ ਭਲਾ ਸਨਮਾਨ ਕੀਤਾ ਔਰ ਸਨਮਾਨ ਕਰਕੇ ਬਿਠਾਇਆ। ਨਾਨਕੀ ਸੁਨੰਤ ਹਰ ਖੰਤ ਅਨਮੇਵ ਅੰਗ। ਜਦੋਂ ਬੇਬੇ ਨਾਨਕੀ ਨੇ ਸੁਣਿਆ ਕਿ ਮੇਰੇ ਵੀਰ ਦੀ ਸਗਾਈ ਦਾ ਸ਼ਗਨ ਲੈ ਕੇ ਆਏ ਨੇ, ਆਹਾ ਸੁਣਦਿਆਂ ਬੇਬੇ ਨਾਨਕੀ ਨੂੰ ਚਾਅ ਚੜ ਗਿਆ। ਪੱਬਾਂ ਨਹੀਂ ਲੱਗਦੀਆਂ ਭੋਏ ਬੇਬੇ ਨਾਨਕੀ ਦੀਆਂ। ਬੋਲੀ ਕੁਲ ਬਦੂ ਜੇ ਵਧਾਈ ਦੇਤ ਮਾਨੈ। ਗੁਆਂਢਣਾ ਆ ਗਈਆਂ, ਸੰਬੰਧੀ ਆ ਗਏ ਇਕੱਠੇ ਹੋ ਕੇ, ਕੁਲ ਬਧੂਆਂ ਉਹ ਆ ਕੇ ਵਧਾਈ ਦੇਂਦੀਆਂ। ਨਾਨਕੀ ਵਧਾਈ ਹੋਵੇ, ਵੀਰ ਦੀ ਸਗਾਈ ਹੋ ਗਈ ਹੈ, ਵਧਾਈ ਹੋਵੇ। ਤੇ ਬੇਬੇ ਨਾਨਕੀ ਜੀ ਵੀ ਅੱਗੋਂ ਉਹਨਾਂ ਨੂੰ ਕਹਿੰਦੇ ਪਰਮੇਸ਼ਰ ਤੁਹਾਨੂੰ ਵੀ ਵਧਾਵੇ, ਤੁਹਾਨੂੰ ਵੀ ਵਧਾਵੇ, ਵਧਾਇਓ ਵਧਾਇਓ। ਏਦਾਂ ਵਧਾਈਆਂ ਵੱਜਣ ਲੱਗੀਆਂ। ਕੀਨੀ ਕੁਲ ਰੀਤ ਮਿਲ ਗਾਵਤ ਹੈ ਗੀਤ ਤੀਏ। ਜਿਹੜੀਆਂ ਕੁਲ ਰੀਤੀਆਂ ਹੁੰਦੀਆਂ ਉਹ ਕੀਤੀਆਂ ਇਸਤਰੀਆਂ ਮਿਲ ਕੇ ਸੁੰਦਰ ਗੀਤ ਗਾਇਨ ਕਰਦੀਆਂ ਨੇ, ਜੋ ਸੁਹਾਗ ਆਦਿਕ ਉਸ ਵੇਲੇ ਪੜ੍ਹੇ ਜਾਂਦੇ ਕਹਿੰਦੀਆਂ ਹਨ। ਨੀਕੋ ਉਤਸਾਹ ਕੀਨੋ ਦੀਨੋ ਬਹੁ ਦਾਨੇ। ਬੜਾ ਉਤਸ਼ਾਹ ਕੀਤਾ ਬੇਬੇ ਨਾਨਕੀ ਦੇ ਪਾਸ, ਜਿਹੜਾ ਕੋਈ ਜਾਚਕ ਮੰਗਤਾ ਬਿਹਾਗਤ ਆਉਂਦਾ ਮੰਗਣ ਉਹਨੂੰ ਦਾਨ ਦਿੰਦੇ ਹਨ। ਹਰਖਿਓ ਜੈ ਰਾਮ ਬਹੁ ਬੰਧਵ ਬੁਲਾਏ ਤਾਮ। ਭਾਈਆ ਜੈ ਰਾਮ ਜੀ ਬੜੇ ਖੁਸ਼ ਹੋਏ, ਸਾਰੇ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਸੱਦਿਆ, ਘਰ ਬੁਲਾਇਆ। ਕਟਿਕਾ ਵਿਚਾਰ ਕਾਂਜੇ ਨੈਣ ਕੋ ਬਿਠਾਇਓ। ਕਹਿੰਦੇ ਵਿਚਾਰ ਕਰਨ ਤੋਂ ਬਾਅਦ ਸਾਰੇ ਸੰਬੰਧੀਆਂ ਨੂੰ ਬੁਲਾ ਕੇ ਕਮਲ ਨੈਣ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਸੱਦਿਆ ਤੇ ਵਿਹੜੇ ਵਿੱਚ ਬੈਠਣ ਨੂੰ, ਜਿੱਥੇ ਸਗਾਈ ਦੀ ਰਸਮ ਹੋਣੀ ਸੀ, ਮਰਿਆਦਾ ਸਾਰੀ, ਮਹਾਰਾਜ ਸੱਚੇ ਪਾਤਸ਼ਾਹ ਕਮਲ ਨੈਣ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਬਿਠਾਇਆ। ਪਾਲ ਮੈਂ ਤਿਲਕ ਕੀਨੋ ਬਿਪਰਨ ਅਸੀਸ ਦੀਨੋ। ਜਿਹੜੇ ਲਾਗੀ ਆਏ ਸਨ, ਲਾਗ ਲੈ ਕੇ ਨੇਗੀ ਆਉਂਦੇ, ਸ਼ਗਨ ਲੈ ਕੇ ਮਰਾਸ਼ੀ ਵਗੈਰਾ ਆਉਂਦੇ ਸਨ, ਉਹ ਆਏ। ਉਹਨਾਂ ਦੇ ਵਿੱਚੋਂ ਬ੍ਰਾਹਮਣ ਵੀ ਆਉਂਦੇ ਸਨ, ਉਹਨਾਂ ਵੇਲੇ ਦੀ ਇਹ ਮਰਿਆਦਾ ਸੀ, ਉਹ ਸ਼ਗਨ ਲੈ ਕੇ ਆਉਂਦੇ ਸੀ। ਆ ਕੇ ਸਤਿਗੁਰੂ ਜੀ ਦੇ ਮਸਤਕ ਦੇ ਉੱਤੇ ਸਗਾਈ ਦਾ ਤਿਲਕ ਦਿੱਤਾ ਹੈ। ਅਚਿਤ ਲਗਾਏ ਮਿਸ਼ਟਾਨ ਮੁਖ ਪਾਇਓ ਹੈ। ਔਰ ਮਹਾਰਾਜ ਜੀ ਦੇ ਮੁਖ ਨੂੰ ਛੁਹਾਰਾ ਲਵਾਇਆ, ਮਠਿਆਈ ਵਗੈਰਾ ਪਾਤਸ਼ਾਹ ਦੇ ਮੁਖ ਵਿੱਚ ਪਾਈ ਹੈ। ਗਾਏ ਗੀਤ ਨਾਰੀ ਲੇਤ ਨਾਮ ਦੇਤ ਗਾਰੀ। ਤੇ ਲਾਗੇ ਇਸਤਰੀਆਂ ਖੜੀਆਂ ਜਿਹੜੀਆਂ ਨੇ ਉਹ ਸਿੱਠਣੀਆਂ ਦੇਂਦੀਆਂ ਹਨ। ਹਾਸ ਹੋਤ ਸੁਖਕਾਰੀ ਮਨ ਸਭਨ ਕੇ ਪਾਇਓ ਹੈ। ਸਾਰਿਆਂ ਦੇ ਚਿਹਰੇ ਤੇ ਹਾਸਾ ਹੀ ਹਾਸਾ, ਖੇੜਾ ਹੀ ਖੇੜਾ, ਹੱਸਦੇ ਨੇ ਉੱਚੀ ਉੱਚੀ ਆਵਾਜ਼ ਵਿੱਚ। ਸਾਰੇ ਵਿਹੜੇ ਵਿੱਚ ਬੇਬੇ ਨਾਨਕੀ ਦੇ ਘਰ 'ਚ ਖੁਸ਼ੀਆਂ ਹਨ। ਐਸੇ ਸੁਲਤਾਨਪੁਰ ਅਧਿਕ ਉਛਾਹ ਕਰ। ਕੱਲਾ ਬੇਬੇ ਨਾਨਕੀ ਦੇ ਘਰ 'ਚ ਖੁਸ਼ੀ ਨਹੀਂ ਰਹੀ, ਪੂਰੇ ਸੁਲਤਾਨਪੁਰ ਸਾਹਿਬ ਦੇ ਘਰ ਘਰ 'ਚ ਖੁਸ਼ੀ। ਸਾਡੇ ਨਗਰ ਦੇ ਮੋਦੀ ਦੀ ਅੱਜ ਸਗਾਈ ਹੈ। ਮੋਦੀ ਖਾਨੇ 'ਚ ਤੇਰਾ ਤੇਰਾ ਕਹਿ ਕੇ ਝੋਲੀਆਂ ਭਰਨ ਵਾਲੇ ਨਾਨਕ ਦੀ ਸਗਾਈ ਹੈ। ਇਹ ਖੁਸ਼ੀਆਂ ਸਾਰੇ ਸੁਲਤਾਨਪੁਰ ਸਾਹਿਬ ਨਗਰ ਵਿੱਚ ਫੈਲੀਆਂ ਨੇ। ਏਕ ਤਲਵੰਡੀ ਨਾਰ ਤੋਰਨ ਪਠਾਇਓ ਹੈ। ਭਾਈਏ ਜੈ ਰਾਮ ਤੇ ਬੇਬੇ ਨਾਨਕੀ ਨੇ ਆਖਿਆ ਖਬਰ ਤਲਵੰਡੀ ਭੇਜੀਏ ਪਿਤਾ ਜੀ ਹੋਣਾ ਨੂੰ। ਇੱਕ ਸੇਵਕ ਬੁਲਾਇਆ, ਉਹਨੂੰ ਕੁਝ ਮਠਿਆਈ ਦਿੱਤੀ, ਆਖਿਆ ਜਾ ਵੇ ਵੀਰਾ ਛੇਤੀ ਜਾ ਕੇ ਮੇਰੇ ਪਿਤਾ ਕਲਿਆਣ ਦਾਸ ਜੀ ਮਹਿਤਾ ਕਾਲੂ ਜੀ ਨੂੰ ਖਬਰ ਦਿਓ ਕਿ ਨਾਨਕ ਜੀ ਦੀ ਸਗਾਈ ਹੋ ਗਈ ਹੈ। ਸਵਈਆ ਤ੍ਰਿਪਤਾ ਗੁਰ ਮਾਤ ਸੁਨੀ ਜਬ ਬਾਤ। ਉਹ ਸੇਵਕ ਹੁਮ ਹੁਮਾਉਂਦਾ ਬੜੀ ਤੇਜ਼ੀ ਨਾਲ ਚੱਲ ਕੇ ਸੁਲਤਾਨਪੁਰ ਸਾਹਿਬ ਤੋਂ ਤਲਵੰਡੀ ਪਹੁੰਚਿਆ। ਨਨਕਾਣਾ ਸਾਹਿਬ ਘਰ ਮਾਤਾ ਤ੍ਰਿਪਤਾ ਜੀ ਦੇ ਪਹੁੰਚਦਿਆਂ ਦਰਵਾਜ਼ੇ ਤੋਂ ਹੀ ਆਵਾਜ਼ ਮਾਰ ਕੇ ਕਿ ਮਾਤਾ ਜੀ ਨੂੰ ਵੇਖਿਆ ਵੀ ਮਾਤਾ ਜੀ ਨੇ, ਤੇ ਦੂਰੋਂ ਹੀ ਵੇਖ ਕੇ ਕਹਿੰਦਾ ਮਾਤਾ ਵਧਾਈ ਵਧਾਈ ਮਾਤਾ ਵਧਾਈ। ਤੇ ਮਾਤਾ ਜੀ ਬੜੇ ਖੁਸ਼, ਆਖਿਆ ਵੀ ਤੈਨੂੰ ਵੀ ਵੀਰਾ ਵਧਾਈ, ਪਰ ਕਾਹਦੀ ਵਧਾਈ? ਆਖਿਆ ਤੁਹਾਡੇ ਲਾਲ ਤੁਹਾਡੇ ਦੁਲਾਰੇ ਨਾਨਕ ਦੀ ਸਗਾਈ ਹੋ ਗਈ ਹੈ। ਇਹ ਸੁਣਦਿਆਂ ਮਾਤਾ ਜੀ ਨੂੰ ਵੀ ਬੜੀ ਭਾਰੀ ਖੁਸ਼ੀ ਹੋਈ। ਮਾਂ ਪਿਓ ਦੇ ਹਿਰਦੇ 'ਚ ਉਸੇ ਦਿਨ ਹੀ ਚਾਅ ਜਾਗ ਪੈਂਦੇ ਆ ਜਦੋਂ ਉਹਨਾਂ ਦੇ ਘਰ ਪੁੱਤ ਜੰਮੇ।
ਭਾਈ ਗੁਰਦਾਸ ਜੀ ਕਹਿੰਦੇ ਉਦੋਂ ਹੀ ਉਹਨਾਂ ਨੂੰ ਚਾਅ ਪੈਦਾ ਹੁੰਦਾ ਵੀ ਕਦੋਂ ਵੱਡਾ ਹੋਵੇ ਤੇ ਮੈਂ ਆਪਣੇ ਪੁੱਤ ਦੀ ਕੁੜਮਾਈ ਕਰਾਂ। ਮਾਤਾ ਤ੍ਰਿਪਤਾ ਜੀ ਦੇ ਮਨ 'ਚ ਚਾਅ ਤੇ ਖੁਸ਼ੀ ਹੈ। ਹਿਰਦੈ ਹਰ ਕੀਜੋ ਨਵ ਨਿਧ ਪਾਈ। ਮਾਤਾ ਜੀ ਏਦਾਂ ਖੁਸ਼ ਹੋਏ ਮਾਨੋ 9 ਨਿਧੀਆਂ ਪ੍ਰਾਪਤ ਹੋ ਗਈਆਂ ਹੋਣ, 9 ਨਿਧੀਆਂ ਦਾ ਖਜ਼ਾਨਾ ਮਿਲ ਗਿਆ ਹੋਵੇ ਮਾਂ ਨੂੰ। ਕਰ ਮੈਂ ਮਿਸ਼ਟਾਨ ਲਾਏ ਨਿਕਸੀ। ਉਸੇ ਵੇਲੇ ਮਠਿਆਈ ਲੈਂਦੀ ਅੰਦਰੋਂ ਤੇ ਮਠਿਆਈ ਲੈ ਕੇ ਮਿੱਠਾ ਲੈ ਕੇ ਬਾਹਰ ਆਏ। ਕੀ ਤੁੰਡ ਅਲੰਜਨ ਸੁਧ ਬਤਾਈ। ਜਿਹਨੇ ਖਬਰ ਦਿੱਤੀ ਉਹਦਾ ਮੂੰਹ ਮਿੱਠੇ ਨਾਲ ਭਰ ਦਿੱਤਾ। ਲੈ ਵੀ ਤੇਰੇ ਮੂੰਹ ਵਿੱਚ ਸ਼ੱਕਰ ਤੇ ਘਿਓ, ਉਹਦਾ ਮੂੰਹ ਮਿੱਠੇ ਨਾਲ ਭਰ ਦਿੱਤਾ ਮਾਤਾ ਜੀ ਨੇ। ਬਲਿਹਾਰ ਮੈਂ ਜਾਉ ਮਾਹੂਰ ਮਹੂ। ਮੈਂ ਬਲਿਹਾਰ ਜਾਵਾਂ, ਮੈਂ ਵਾਰੇ ਵਾਰੇ ਜਾਵਾਂ। ਦੀਏ ਕਾਰ ਖੰਗ ਪੰਜ ਚੀਰ ਉਡਾਈ। ਮਾਤਾ ਜੀ ਨੇ 5 ਰੁਪਏ ਕੱਢ ਕੇ ਦਿੱਤੇ ਉਹਨੂੰ, ਨਾਲੇ ਇੱਕ ਵਧੀਆ ਜੀ ਪੁਸ਼ਾਕ ਪਈ ਸੀ ਘਰ, ਉਹ ਪੁਸ਼ਾਕ ਉਹਨੂੰ ਉਡਾਈ। ਕਹਿੰਦੇ ਲੈ ਵੀਰਾ ਇਹ ਆਪਣੇ ਤਨ ਤੇ ਪਾਵੀਂ, ਤੂੰ ਤਾਂ ਬੜੀ ਸੁੱਖਾਂ ਦੀ ਖਬਰ ਆ ਕੇ ਸੁਣਾਈ ਹੈ। ਕੁਲ ਨਾਰ ਬੋਲਾਏ ਗਵਾਏ ਕੈ ਗੀਤਨ। ਮਾਤਾ ਜੀ ਨੇ ਵੀ ਜਿੰਨੀਆਂ ਦਰਾਣੀਆਂ ਜਠਾਣੀਆਂ ਆਲੇ ਦੁਆਲਿਓਂ ਗੁਆਂਢਣਾ ਸਾਰੀਆਂ ਘਰ 'ਚ ਸੱਦ ਲਈਆਂ। ਮੰਗਲ ਕੀਨ ਪਾਇਓ ਮਨ ਪਾਈ। ਬੜੇ ਮੰਗਲ ਹੋਣ ਲੱਗੇ ਮਾਤਾ ਜੀ ਦੇ ਗ੍ਰਹਿ ਵਿਖੇ, ਬੜੀਆਂ ਖੁਸ਼ੀਆਂ, ਆਨੰਦ ਹੀ ਆਨੰਦ ਵਰਤਣ ਲੱਗਾ। ਕਾਲੂ ਨੇ ਬਾਤ ਸੁਨੀ ਹਰ ਕਿਉ। ਪਿਤਾ ਮਹਿਤਾ ਕਾਲੂ ਜੀ ਨੇ ਸੁਣਿਆ, ਉਹ ਵੀ ਬੜੇ ਖੁਸ਼ ਹੋਏ, ਪ੍ਰਸੰਨ ਹੋਏ। ਕਨ ਘੋਰ ਤੇ ਮੋਰ ਮਨੋ ਸੁਖ ਪਾਈ। ਹੁਣ ਕਿਹੋ ਜੀ ਖੁਸ਼ੀ ਆ ਪਿਤਾ ਜੀ ਦੇ ਮਨ 'ਚ? ਉਦਾਹਰਣ ਦਿੰਦੇ ਨੇ, ਕਹਿੰਦੇ ਜਿਵੇਂ ਮੋਰ ਖੁਸ਼ ਹੁੰਦਾ ਆਕਾਸ਼ ਵਿੱਚ ਬੱਦਲਾਂ ਦੀ ਗੜਗੜਾਹਟ ਸੁਣ ਕੇ। ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਪਹਿਲਾਂ ਪਾਉਂਦਾ ਨਾ ਮੋਰ ਵੇਖ ਕੇ ਬੱਦਲਾਂ ਨੂੰ। ਏਦਾਂ ਪਿਤਾ ਜੀ ਖੁਸ਼ ਹੋਏ, ਪ੍ਰਸੰਨ ਹੋਏ ਸੁਣ ਕੇ। ਜਾਚਕ ਜਾਚਤ ਦੇ ਮਨ ਭਾਵਤ। ਮੰਗਤੇ ਆ ਕੇ ਮੰਗਦੇ ਆ ਵਧਾਈ ਦਿਓ ਜੀ ਸਾਨੂੰ। ਤੋ ਪਿਤਾ ਜੀ ਖੁੱਲੇ ਗੱਫੇ, ਅੱਜ ਕੰਜੂਸੀ ਨਹੀਂ ਪਏ ਕਰਦੇ, ਖੁੱਲੇ ਗੱਫੇ ਉਹਨਾਂ ਦੀਆਂ ਝੋਲੀਆਂ ਵਿੱਚ ਪਾ ਕੇ ਉਹਨਾਂ ਨੂੰ ਟੋਰਦੇ ਨੇ। ਲੇਤੇ ਆਸੀਸ ਅਨੰਤ ਵਧਾਈ। ਅਸੀਸ ਲੈਂਦੇ ਆ, ਨਾਲੇ ਉਹ ਵਧਾਈ ਦਿੰਦੇ ਹਨ। ਅੰਗਨ ਮੈਂ ਅੰਗ ਨਾ ਸੋ ਓ ਮੰਗ। ਵਿਹੜੇ ਦੇ ਵਿੱਚ, ਘਰ ਦੇ ਜਿਹੜਾ ਅਜਰ ਵਿਹੜਾ ਹੁੰਦਾ ਉਹਦੇ ਵਿੱਚ ਬਹੁਤ ਸਾਰੀਆਂ ਅੰਗਨਾਂ ਇਸਤਰੀਆਂ ਮਿਲ ਕੇ। ਦਕੂਲ ਅਲੰਕ੍ਰਿਤ ਸੋ ਛਬ ਛਾਈ। ਇਹਨਾਂ ਸੋਹਣੇ ਗਹਿਣੇ ਪਾਏ, ਸੋਹਣੇ ਬਸਤਰ ਚਮਕੀਲੇ ਜਰੀਦਾਰ ਪਾਏ ਹੋਏ, ਉਹ ਵੀ ਬੜੀ ਖੁਸ਼ੀ ਦੇ ਨਾਲ ਗੀਤਰ ਗਾ ਰਹੀਆਂ ਨੇ। ਨਾਨਕ ਰੂਪ ਲਖਿਓ ਅਵਤਾਰ ਕੋ। ਉਹ ਜਾਣਦੀਆਂ ਨੇ ਕਿ ਗੁਰੂ ਨਾਨਕ ਸਾਹਿਬ ਕੋਈ ਸਧਾਰਨ ਰੂਪ ਨਹੀਂ ਹਨ, ਉਹ ਅਵਤਾਰੀ ਪੁਰਸ਼ ਹਨ ਇਸ ਧਰਤੀ ਤੇ। ਬੈਸ ਸ਼ਰੀਕਨ ਜਾਂ ਬੇਦ ਗਾਈ। ਸ਼ਰੀਕਣਾ ਆ ਕੇ ਬਹਿ ਗਈਆਂ ਮਾਤਾ ਤ੍ਰਿਪਤਾ ਦੀਆਂ ਦਰਾਣੀਆਂ ਜਠਾਣੀਆਂ ਤੇ ਕੋਲ, ਕਹਿੰਦੀਆਂ ਨੇ ਆ ਕੇ ਸੋਰਠਾ ਧਰਮੇ ਕਾਸਨ ਬੰਦ ਪਿਆ ਬੇਦੀਨ ਕੁਲ ਵਿਖੇ। ਕਹਿੰਦੇ ਬੇਦੀਆਂ ਦੀ ਕੁਲ ਵਿਖੇ ਧਰਮ ਦੇ ਨਾਲ ਸੰਬੰਧ ਬਣਿਆ ਗੁਰੂ ਨਾਨਕ ਸਾਹਿਬ ਦਾ। ਇਹਨਾਂ ਦਾ ਕੋਈ ਪੁੰਨ ਧਰਮ ਸੀ ਬੇਦੀਆਂ ਦਾ, ਜਿਨ੍ਹਾਂ ਦੀ ਕੁਲ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਅਵਤਰਤ ਹੋਏ ਹਨ। ਉਹ ਇਸਤਰੀਆਂ ਕਹਿ ਰਹੀਆਂ ਮਾਤਾ ਜੀ ਦੇ ਪਾਸ ਬੈਠੀਆਂ, ਕਾਲੂ ਸੁਤ ਸਤ ਸੰਦ ਨਿਰਮਲ ਕੁਲ ਸਭ ਹੀ ਕਰੀ। ਕਹਿੰਦੇ ਕਾਲੂ ਜੀ ਦੇ ਪੁੱਤਰ ਗੁਰੂ ਨਾਨਕ ਸਾਹਿਬ ਸੱਤ ਦੀ ਅਵਧੀ ਨੇ, ਸੱਤ ਦਾ ਅਵਤਾਰ ਨੇ, ਜਿਨ੍ਹਾਂ ਨੇ ਬੇਦੀਆਂ ਦੀ ਕੁਲ ਚ ਪ੍ਰਕਾਸ਼ ਧਾਰਨ ਕਰਕੇ ਬੇਦੀਆਂ ਦੀ ਕੁਲ ਨੂੰ ਨਿਰਮਲ ਕਰ ਦਿੱਤਾ ਹੈ। ਤਿੰਨ ਬੇਦੀਆਂ ਕੇ ਕੁਲ ਵਿਖੈ ਪ੍ਰਗਟੈ ਨਾਨਕ ਰਾਏ। ਕਲਗੀਧਰ ਲਿਖਦੇ ਆ, ਤਿੰਨ ਬੇਦੀਆਂ ਕੇ ਕੁਲ ਵਿਖੈ ਪ੍ਰਗਟੈ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦਏ ਜੈ ਤੈ ਭੈ ਸਹਾਏ। ਚਉਪਈ ਤਿਨਹਿ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਾਹੋ ਬਤਾਇਓ। ਜੋ ਤਾਂ ਕੇ ਮਾਰਗ ਮਹਿ ਆਏ
ਤੈ ਕਬ ਹੋ ਨਹੀਂ ਪਾਪ ਸੰਤਾਏ। ਜੇ ਜੇ ਪੰਥ ਤਵਨ ਕੇ ਪਰੇ, ਪਾਪ ਤਾਪ ਤਿਨ ਕੇ ਸਭ ਹਰੇ। ਤਿਨ ਵੇਦਿयन ਕੇ ਕੁਲ ਬਿਖੈ, ਪ੍ਰਗਟੇ ਨਾਨਕ ਰਾਏ। ਉਹ ਬੇਦੀਆਂ ਦੀਆਂ ਬਦੂਟੀਆਂ ਸਨ, ਉਹ ਕਹਿ ਰਹੀਆਂ ਨੇ ਆ ਕੇ ਬਹੂ ਰਾਣੀਆਂ ਬੇਦੀਆਂ ਦੀਆਂ, ਕਹਿੰਦੀਆਂ ਬੇਦੀਆਂ ਦੀ ਕੁਲ ਵਿੱਚ ਸਤ ਸੰਧ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਨ ਕਰਕੇ ਬੇਦੀਆਂ ਦੀ ਕੁਲ ਨੂੰ ਨਿਰਮਲ ਕਰ ਦਿੱਤਾ ਹੈ। ਸ਼੍ਰੀ ਨਾਨਕ ਕੇ ਨਾਨਕੇ, ਬੋਲ ਪਟੇ ਸੁਧ ਦੇ। ਹੁਣ ਮਾਤਾ ਤ੍ਰਿਪਤਾ ਜੀ ਨੇ ਆਖਿਆ ਵੀ ਆਪਣੇ ਪੇਕੇ ਘਰ ਵੀ ਸੁਨੇਹਾ ਭੇਜਾਂ। ਲਹਿੰਦੇ ਪੰਜਾਬ 'ਚ ਰਹਿ ਗਿਆ ਉਹ ਪਿੰਡ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਨਕਾ ਪਿੰਡ ਸੀ। ਇਤਿਹਾਸ ਵਿੱਚ ਉਸ ਪਿੰਡ ਦਾ ਨਾਮ ਆਉਂਦਾ ਚਾਲਾਂ ਵਾਲਾ ਵੀ ਕਹਿ ਦਿੰਦੇ ਆ। ਤੋ ਮਾਤਾ ਜੀ ਨੇ ਉੱਥੇ ਵੀ ਖਬਰ ਭੇਜੀ, ਆਪਣੇ ਪੇਕੇ ਘਰ ਗੁਰੂ ਨਾਨਕ ਸਾਹਿਬ ਦੇ ਨਾਨਕਿਆਂ ਨੂੰ ਵੀ ਸੁਨੇਹਾ ਭੇਜਿਆ। ਚਲ ਆਏ ਤਤਕਾਲ ਸੋ, ਨੇਗ ਆਪਨੋ ਲਏ। ਉਹ ਵੀ ਆਪਣੇ ਵੱਲੋਂ ਸ਼ਗਨ ਲੈ ਕੇ, ਨੇਗ ਕਹਿੰਦੇ ਆ ਸ਼ਗਨ ਨੂੰ, ਉਹ ਵੀ ਸ਼ਗਨ ਲੈ ਕੇ ਜਿਹੜਾ ਨਾਨਕ ਸਾਕ ਦਾ ਹੁੰਦਾ, ਨਾਨਕ ਸਾਕ ਦਾ ਸ਼ਗਨ ਲੈ ਕੇ ਗੁਰੂ ਨਾਨਕ ਸਾਹਿਬ ਦੇ ਨਾਨਾ ਜੀ, ਨਾਨੀ ਜੀ, ਮਾਮਾ ਜੀ ਉਹ ਵੀ ਚੱਲ ਕੇ ਆਏ ਹਨ ਨਨਕਾਣਾ ਸਾਹਿਬ। ਚੌਪਈ ਸ਼੍ਰੀ ਨਾਨਕ ਜਨਨੀ ਪਿਤ ਰਾਮਾ। ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਦੇ ਪਿਤਾ ਯਾਨੀ ਕਿ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਨਾਨਾ ਜੀ, ਜਿਨ੍ਹਾਂ ਦਾ ਨਾਮ ਸੀ ਭਾਈ ਰਾਮਾ। ਭਾਈ ਰਾਮਾ ਜੀ ਜੋ ਗੁਰੂ ਨਾਨਕ ਸਾਹਿਬ ਦੇ ਨਾਨਾ ਜੀ ਨੇ ਉਹ ਵੀ ਆਏ। ਮਾਤੁਲ ਸ੍ਰੇਸ਼ਟ ਕ੍ਰਿਸ਼ਨਾ ਨਾਮਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਮਾਮਾ ਜੀ, ਜਿਨ੍ਹਾਂ ਦਾ ਨਾਮ ਹੈ ਭਾਈ ਕ੍ਰਿਸ਼ਨਾ ਜੀ। ਬਾਬਾ ਰਾਮਾ ਜੀ ਆਏ ਨੇ ਨਾਨਾ ਜੀ ਨੇ, ਔਰ ਮਾਮਾ ਜੀ ਮਾਮਾ ਕ੍ਰਿਸ਼ਨਾ ਜੀ ਆਏ ਹਨ। ਨਾਨਕ ਜਨਨੀ ਮਾਤ ਪਿਰਾਈ। ਗੁਰੂ ਨਾਨਕ ਸਾਹਿਬ ਦੇ ਪੂਜਨੀਕ ਮਾਤਾ ਦੇ ਮਾਤਾ ਜੀ ਯਾਨੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਨਾਨੀ ਜੀ, ਉਹਨਾਂ ਦਾ ਨਾਮ ਹੈ ਮਾਤਾ ਪਿਰਾਈ। ਦੋਤਰੇ ਦੀ ਸਗਾਈ ਸੁਣ ਕੇ ਜਿਹੜਾ ਨਾਨੀ ਨੂੰ ਚਾਅ ਹੁੰਦਾ ਨਾ, ਉਹ ਚਾਅ ਸ਼ਾਇਦ ਹੀ ਦੁਨੀਆ ਵਿੱਚ ਕਿਸੇ ਹੋਰ ਇਸਤਰੀ ਨੂੰ ਹੁੰਦਾ ਹੋਵੇ। ਤਾਂ ਨਾਨੀ ਦੇ ਮਨ 'ਚ ਵੀ ਬੜਾ ਚਾਅ ਤੇ ਖੁਸ਼ੀ, ਉਹ ਵੀ ਚੱਲ ਕੇ ਆਏ ਹਨ। ਸੁਨ ਕਰ ਸਗਨ ਪਲੇ ਤੈ ਆਈ। ਸੁਣ ਕੇ ਸਗਨਾਂ ਦੀ ਬਾਤ ਚੱਲ ਕੇ ਆਏ। ਮਿਲ ਸਭ ਕੀਨੋ ਉਤਸਵ ਪੂਰੀ। ਮਿਲ ਕੇ ਨਨਕਾਣਾ ਸਾਹਿਬ ਆਣ ਕੇ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਸਭ ਨੇ ਉਤਸਵ ਕੀਤੇ, ਖੁਸ਼ੀਆਂ ਮਨਾਈਆਂ। ਹਰਕਤ ਕਰੇ ਰੀਤ ਕੁਲ ਰੂਰੀ। ਔਰ ਬੜੀ ਸੁੰਦਰ ਰੂਰੀ ਸੁੰਦਰ ਰੀਤ ਮਰਿਆਦਾ ਕਰਦੇ ਹਨ। ਮਿਲ ਸਭ ਹਿਨਸੋਂ ਬੋਲੇ ਕਾਲੂ। ਮਿਲ ਕੇ ਪਿਤਾ ਜੀ ਸਾਰਿਆਂ ਨਾਲ ਗੱਲਬਾਤ ਕਰਦਿਆਂ ਕਹਿੰਦੇ ਹਨ, ਤਜੋ ਬਿਲੰਬੈ ਹੋਏ ਉਤਾਲੂ। ਕਹਿੰਦੇ ਬਈ ਛੇਤੀ ਕਰੋ, ਦੇਰੀ ਨਾ ਲਾਓ, ਚਲੋ ਇਕੱਠੇ ਹੋਈਏ। ਚੱਲ ਕਰ ਚੋਕੜ ਖਰਚਨ ਕਰੀਏ। ਚਲੋ ਬਈ ਹੁਣ ਕੰਜੂਸੀ ਨਹੀਂ ਕਰਨੀ, ਚੌਕੜ ਖਰਚੀਏ, ਚੱਲ ਕੇ ਧਨ ਖਰਚੀਏ। ਪਹਿਲਾਂ ਸੁਲਤਾਨਪੁਰ ਸਾਹਿਬ ਚੱਲੀਏ, ਫਿਰ ਉੱਥੋਂ ਚੱਲੀਏ ਪੱਖੋ ਕੇ ਰੰਧਾਵੇ ਦੇ ਪਟਵਾਰੀ ਮੂਲ ਚੰਦ ਦੇ ਘਰ। ਤੂਰਨ ਪੰਥ ਵਿਖੇ ਪਗ ਧਰੀਏ। ਛੇਤੀ ਚੱਲੋ ਬਈ, ਹੁਣ ਨਹੀਂ ਰਹਿ ਹੁੰਦਾ, ਚੱਲ ਕੇ ਸਗਾਈ ਦੀ ਮਰਿਆਦਾ ਕਰੀਏ। ਸੁਲਤਾਨਪੁਰ ਸਾਹਿਬ ਪਹੁੰਚ ਕੇ ਅਸ ਕੈ ਸਭਈ ਸੋਜ ਸੰਭਾਰੀ। ਏਦਾਂ ਕਹਿ ਕੇ ਸਭ ਨੇ ਆਪਣਾ ਰਾਗ ਸਾਗ ਸਮਾਨ ਸੰਭਾਲਿਆ। ਬ੍ਰਿਖਬ ਸਕਟ ਸੋ ਜੋਰੇ ਪਾਰੀ। ਕਹਿੰਦੇ ਗੱਡਿਆਂ ਦੇ ਵਿੱਚ ਬਲਦ ਜਿਹੜੇ ਸਾਨੂੰ ਜੋੜ ਲਏ। ਕਾਲੂ ਲਾਲੂ ਕੀਨੀ ਤਿਆਰੀ। ਪਿਤਾ ਮਹਿਤਾ ਕਾਲੂ ਜੀ ਉਹਨਾਂ ਦੇ ਛੋਟੇ ਭਰਾ ਚਾਚਾ ਲਾਲੂ ਜੀ ਨੇ ਤਿਆਰੀ ਕੀਤੀ। ਸ਼੍ਰੀ ਨਾਨਕ ਗੁਣ ਭੰਨਤੀ ਉਚਾਰੀ। ਗੁਰੂ ਨਾਨਕ ਸਾਹਿਬ ਦੇ ਸੋਹਣੇ ਗੁਣਾਂ ਨੂੰ ਉਚਾਰਦੇ ਹਨ। ਕਰਨ ਦਰਸ ਲਾਲਸੀ ਉਰ ਜਾਗੀ। ਮਨ ਵਿੱਚ ਦਰਸ਼ਨਾਂ ਦੀ ਲਾਲਸਾ ਜਾਗੀ ਹੈ। ਜੋ ਮਧੁਕਰ ਪੁਸ਼ ਕਰੇ ਅਨੁਰਾਗੀ। ਕਹਿੰਦੇ ਜਿਵੇਂ ਕਮਲ ਦੇ ਫੁੱਲ ਦੇ ਉੱਤੇ ਭਵਰੇ ਮੰਡਰਾ ਕੇ ਖੁਸ਼ੀ ਨਾਲ ਜਾਣਾ ਚਾਹੁੰਦੇ ਐ,
ਇਦਾਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਜਾਣ ਲਈ ਤਿਆਰ ਹੋਏ। ਦੋਹਰਾ ਚਲੇ ਜਬੇ ਸੁਲਤਾਨਪੁਰ, ਦੁਆਦਸ਼ ਸਭ ਨਰ ਨਾਰੇ। ਕਹਿੰਦੇ ਸੁਲਤਾਨਪੁਰ ਸਾਹਿਬ ਨੂੰ ਚੱਲੇ ਨੇ। ਦੁਆਦਸ਼ ਦਾ ਮਤਲਬ 2 ਤੇ 10, 12 ਜਣੇ ਇਕੱਤਰ ਹੋਏ ਹਨ। ਮਾਤੁਲ ਨਾਨੇ ਹਰਖ ਮਨ, ਔਰ ਦਾਸ ਸੁਖਕਾਰੇ। ਕਹਿੰਦੇ ਨਾਨਕੇ ਵੀ ਖੁਸ਼ ਨੇ, ਮਾਮਾ ਕ੍ਰਿਸ਼ਨਾ ਜੀ, ਨਾਨਾ ਬਾਬਾ ਰਾਮਾ ਜੀ ਬੜੀ ਖੁਸ਼ੀ ਦੇ ਨਾਲ ਕੁਝ ਦਾਸੀਆਂ ਦਾਸ ਲੈ ਕੇ ਸੁਲਤਾਨਪੁਰ ਸਾਹਿਬ ਨੂੰ ਜਾ ਰਹੇ ਨੇ। ਜਾਣ ਤੋਂ ਪਹਿਲਾਂ ਪਿਤਾ ਜੀ ਆਖਿਆ ਰਾਏ ਬੁਲਾਰ ਜੀ ਨੂੰ ਮਿਲਦੇ ਜਾਈਏ, ਉਹਨਾਂ ਨੂੰ ਦੱਸਣਾ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਜੀ ਨਾਲ ਪ੍ਰੇਮ ਕਰਦੇ ਨੇ। ਸੁਲਤਾਨਪੁਰ ਸਾਹਿਬ ਜਾ ਕੇ ਜਿਵੇਂ ਸਗਾਈ ਦੀ ਰਸਮ ਹੋਈ ਹੈ, ਨਾਲ ਜਾ ਰਹੇ ਨੇ ਗੁਰੂ ਸਾਹਿਬ ਜੀ ਦੇ ਭਾਗਸ਼ਾਲੀ ਸੇਵਕ, ਗੁਰੂ ਨਾਨਕ ਦੇ ਦਰ ਘਰ ਦੇ ਮਹਾਨ ਰਬਾਬੀ ਕੀਰਤਨੀਏ ਭਾਈ ਮਰਦਾਨਾ ਜੀ। ਸਗਾਈ ਦੀ ਮਰਿਆਦਾ ਹੋਵੇਗੀ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਲੱਡੂ ਵਰਤਣਗੇ, ਸੰਗਤਾਂ ਕੱਲ ਲੱਡੂ ਲੈ ਕੇ ਹਾਜ਼ਰ ਹੋ ਜਾਣ ਗੁਰੂ ਚਰਨਾਂ 'ਚ। ਇਹ ਭਾਵਨਾ ਬਣਾ ਕੇ ਕਿ ਮਾਨੋ ਜਿਵੇਂ ਗੁਰੂ ਨਾਨਕ ਸਾਹਿਬ ਦੀ ਸਗਾਈ ਵਿੱਚ ਹੀ ਹਾਜ਼ਰੀ ਭਰ ਰਹੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ